ਚੁੱਪ ਕਰ ਓਏ ਹੁਣ ਇਹ ਚੌਧਰੀ ਬਣ ਗਿਆ ਆਸਿਮ ਮਨੀਰ ਨੂੰ ਉਹ ਅੱਲਾ ਨੇ ਕੀ ਭਾਗ ਲਾਇਆ ਚੀਫ ਆਫ ਡਿਫੈਂਸ ਦਾ ਉਹ ਪਾਕਿਸਤਾਨ तमाम ਅਫਵਾਜ ਦਾ ਚੌਧਰੀ ਹੈ ਕੀ ਕੰਟਰੋਲ ਹੈਗਾ ਕੀ ਪਾਵਰ ਹੈ ਹੁਣ ਕਿ ਜਿਹੜੀ ਬਟਨ ਦਬਾਉਣ ਦੀ ਪਾਵਰ ਹੈ ਨਾ ਨਿਊਕਲੀਅਰ ਦੀ ਤੂੰ ਦੇਖ ਲਾ ਕਿ ਪਾਕਿਸਤਾਨ ਦਾ ਇੱਕ ਚੀਫ ਐਗਜ਼ੈਕਟਿਵ ਇਮਰਾਨ ਖਾਨ ਦੀ ਸ਼ਕਲ ਚ ਉਹ ਵੀ ਸੀ ਜਿਹਦਾ ਜਾਦੂਗਰ ਉਹਦਾ ਬਟਨ ਦਬਾਉਂਦੀ ਸੀ ਤੇ ਉਹ ਅੱਗੇ ਬਟਨ ਦਬਾਉਂਦਾ ਸੀ ਫਿਰ ਤੈਨੂੰ ਛਿੱਤਰ ਨਹੀਂ ਪੈਣੇ ਚਾਹੀਦੇ 71 ਦੀ ਜੰਗ ਸਾਨੂੰ ਕਿੱਥੇ ਪਤਾ ਲੱਗਾ ਸੀ ਨੇਵੀ ਚ ਕਰਾਚੀ ਸੀ ਸਾਨੂੰ ਰੇਡੀਓ ਪਾਕਿਸਤਾਨ ਤੋਂ ਪਤਾ ਲੱਗਾ ਕਿ ਜੰਗ ਹੋ ਗਈ ਹੁਣ ਤੂੰ ਦੇਖ ਕਿ ਨੇਵੀ ਦੇ ਚੀਫ ਨੂੰ ਵੀ ਕਿਸੇ ਨੇ ਨਹੀਂ ਦੱਸਿਆ ਕਿ ਜੰਗ ਸ਼ੁਰੂ ਕਰ ਲਈ ਹੈ ਕਿ ਜਿੱਲੇ ਇਹ ਗੱਲ ਹੋਈ ਤੇ ਪੁੱਟੋਂ ਨੇ ਆ ਕੇ ਕਿਹਾ ਓਏ ਤੁਸੀਂ ਨਲਾਇਕ ਹੋ ਜਿਹੜਾ 에ਅਰ ਫੋਰਸ ਦਾ ਹੈੱਡਕੁਆਰਟਰ ਸੀ ਪਿਸ਼ਾਵਰ ਆ ਪਿੰਡੀ ਸੀ ਆਰਮੀ ਕਰਾਚੀ ਸੀ ਨੇਵੀ ਦਾ ਉਹਨੇ ਕਿਹਾ ਨਾ ਕੋਆਰਡੀਨੇਸ਼ਨ ਨਹੀਂ ਹੋਈ ਚਾਹੀਦੀ ਉਹਨੇ ਇੱਕ ਨਵਾਂ ਅਹੁਦਾ ਬਣਾਇਆ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ ਇੱਕ ਬੰਦਾ ਕਮ ਤੋਂ ਕਮ ਕੋਆਰਡੀਨੇਸ਼ਨ ਕਰੇ ਕਮ ਤੋਂ ਕਮ ਇਹ ਤੇ ਦੱਸ ਸਕੇ ਕਿ ਸਾਡੀ ਜੰਗ ਹੋ ਗਈ ਹੈ ਹੁਣ ਜਿੱਲੇ ਅਸੀਂ ਵੇਖਿਆ ਬਿਆਨੁਲ ਮਰਸੂਸ ਕਿ ਇੱਕ ਨਵੀਂ ਫੌਜ ਬਣ ਗਈ ਰਾਕਟ ਫੋਰਸ ਵੀ ਕਿਉਂਕਿ ਜੇ ਅਸੀਂ ਆਪਸ ਦੇ ਵਿੱਚ ਇਹ ਪੁੱਛਣ ਮੈਂ ਲੱਗਾ ਮਾਰਨ ਇੰਡੀਆ ਨੂੰ ਇੱਥੋਂ ਮਿਜ਼ਾਈਲ ਇੱਕ ਨੇਵੀ ਵਾਲਾ ਕਵੇ ਇੱਕ 에ਅਰ ਫੋਰਸ ਵਾਲਾ ਉਹ ਮੈਂ ਹਵਾਈ ਜਹਾਜ਼ ਦਾ ਮਾਰਨ ਲੱਗਾ ਉਹ ਕਹਿੰਦਾ ਮੈਂ ਤੋਪ ਚਲਾਉਣ ਲੱਗਾ ਤੇ ਉਹ ਤੇ ਲਾਈਨਾਂ ਨਹੀਂ ਮਿਲਣੀਆਂ ਤੇ ਇਸ ਵਾਸਤੇ ਫੈਸਲਾ ਆਇਆ ਜਿਹੜਾ ਚੰਗਾ ਫੈਸਲਾ ਮੇਰੀ ਨਜ਼ਰ 'ਚ ਮੈਂ ਨੇਵੀ ਦਾ ਇੱਕ 3 ਸਟਾਰ ਜਨਰਲ ਜਿਹਨੇ ਚੀਫ ਵਾਸਤੇ ਵੀ ਦੌੜ ਲਾ ਲਈ ਮੈਂ ਕਹਿ ਰਿਹਾ ਕਿ ਮੇਰੇ ਨਜ਼ਰੀਏ ਦੇ ਮੁਤਾਬਿਕ ਇਹ ਚੰਗਾ ਫੈਸਲਾ ਜੇ ਕਿਉਂਕਿ ਫੈਸਲੇ ਦੇ ਵਿੱਚ ਦੂਈ ਨਹੀਂ ਹੋਣੀ ਚਾਹੀਦੀ ਅਸਲਾਮ ਅਲੈਕੁਮ ਆਸਿਮ ਮਨੀਰ ਨੂੰ ਨਹੀਂ ਮੈਂ ਸਲਾਮ ਕਰਦਾ ਮੈਂ ਉਹਦੇ ਵਾਲਿਦ ਸਾਹਿਬ ਨੂੰ ਸਲਾਮ ਕਰਦਾ ਉਹਦੀ ਵਾਲਦਾ ਨੂੰ ਸਲਾਮ ਕਰਦਾ ਤੁਸੀਂ ਜ਼ਰਾ ਇਮੇਜਿਨ ਕਰੋ ਕਿ ਜਦੋਂ ਹਾਫਿਜ਼ ਮੁਨੀਰ ਦੇ ਵਾਲਿदैन ਜਿਹੜੇ ਨੇ ਉਹਦੇ ਮੁੰਡੇ ਜਾਂਦੇ ਸੀ ਕੁਰਾਨ ਸ਼ਰੀਫ ਲੈ ਕੇ ਤੇ ਰੇਲ ਤੇ ਰੱਖ ਕੇ ਤੇ ਹਿਫਜ਼ ਕਰਦੇ ਸੀ अस्सलाम वालेकुम एंड वेरी वार्म वेलकम टू अदर पॉडकास्ट ऑफ यूथ वेव मेरा नाम है अदील आसिफ ਤੇ ਸਾਡੇ ਨਾਲ ਕਿਸੇ ਤਾਰਫ ਦੇ ਮੁਹਤਾਜ ਨਹੀਂ ਦਾ मोस्ट हैंडसम यंग डैशिंग मेस्मराइजिंग 84 ईयर ओल्ड एडमिरल जनरल जावेद इकबाल साहब क्या वजह है आपके अंदर इतनी कशिश है आपके अंदर क्या वजह ਦੇਖੋ की वजह सॉरी पंजाबी च कह रहा ਤੂੰ ਗੱਲ ਸੁਣ ਤੂੰ ਐ ਮੈਨੂੰ ਮੱਖਣ ਮੈਂ 84 ਸਾਲ ਦਾ ਬੁੱਢਾ ਖਾਂਗੜ ਰਿਟਾਇਰ ਠੁੱਸ ਚੱਲਿਆ ਹੋਇਆ ਕਾਰਤੂਸ ਸਮਝੇ ਇਹ ਜੇ ਮੈਂ ਲੇਕਿਨ ਜਿਹੜੀ ਮੇਰੀ ਜਵਾਨੀ ਔਰ ਮੇਰਾ ਜਿਹੜਾ ਬਲਬਲਾ ਮੇਰਾ ਜੋਸ਼ ਹੈ ਉਹਦੀ ਵਜ੍ਹਾ ਇੱਕੋ ਹੀ ਹੈ ਕਿ ਮੈਂ ਕੀ ਪੜ੍ਹਿਆ ਹੋਇਆ ला इलाहा इल्लल्लाह मोहम्मद रसूल मैं सरवरे कायनात ਦਾ ਗੁਲਾਮ ਹੈ ਔਰ ਮੇਰਾ ਨਾਰਾ ਕੀ ਹੈ ਕਿ ਕੀ ਮੁਹੰਮਦ ਸੇ ਵਫਾ ਤੋਂ ਹਮ ਤੇਰੇ हैं पंजाबी च दसो ਉਹ ਕਹਿੰਦਾ ਨਹੀਂ ਬਈ ਹੁਣ ਉਹ ਜਿਹੜਾ ਜੇ ਬਾਲਾ ਜਿਹੜਾ ਜੇ ਉਰਦੂ ਬੋਲ ਗਿਆ ਜੇ ਉਹ ਬਾਲਾ ਜਿਹੜਾ ਆਪਣਾ ਬਾਲਾ ਨਹੀਂ ਸੀ ਬਾਲਾ ਹਾਂ ਜੀ ਬਾਲਾ ਸਾਡਾ ਉਹ ਆਪਣਾ ਸ਼ਾਇਰ ਸੀ ਬਾਲਾ ਹਾਂਜੀ ਹੈ ਉਹ ਬਾਲਾ ਜਿਹੜਾ ਕਹਿੰਦਾ ਬਾਲਾ ਦੇਖ ਗੱਲ ਉਹਨੇ ਫਾਰਸੀ ਸ਼ਾਇਰੀ ਜਿਹੜੀ ਹੈ ਨਾ ਉਰਦੂ ਨਾਲੋਂ ਜ਼ਿਆਦਾ ਕੀਤੀ ਹਾਂਜੀ ਐਸਾ ਹੀ ਹੈ ਐਸਾ ਹੀ ਮੈਂ ਜਿਹੜੇ ਈਰਾਨ ਗਿਆ ਤੇ ਲੋਕ ਮੇਰਾ ਹੱਥ ਚੁੰਮਦੇ ਸੀ ਤਹਿਰਾਨ 'ਚ ਅੱਛਾ ਕੋਈ ਲਾਹੌਰੀ ਇਕਬਾਲ ਬਲਕਿ ਇੱਕ ਬੰਦਾ ਮੈਨੂੰ ਜਿਹੜਾ ਬਾਲੇ ਦਾ ਪੁੱਤਰ ਜਵੇਦ ਇਕਬਾਲ ਵੀ ਵਿਚਾਰਾ ਮਰਹੂਮ ਹੋ ਗਿਆ ਜੱਜ ਸਾਹਿਬ ਉਹ ਸਮਝੇ ਕਿ ਮੈਂ ਉਹ ਹੈ ਉਹ ਮੈਨੂੰ ਪਿਓ ਦੀ ਇੱਕ ਤਸਵੀਰ ਵੀ ਦੇ ਗਿਆ ਸੀ ਪੇਂਟਿੰਗ ਠੀਕ ਹੈ ਸਮਝੇ ਉਹ ਲੱਗੀ ਹੋਈ ਮੇਰੇ ਦਫ਼ਤਰ 'ਚ ਬੇਟੇ ਗੱਲ ਹੈ ਕਿ ਬਾਲੇ ਨੇ ਵੀ ਨਾਲ ਪੰਜਾਬੀ ਦੀ ਸ਼ਾਇਰੀ ਜਿਹੜੀ ਹੈ ਉਹ ਨਹੀਂ ਕੀਤੀ ਉਹ ਸਾਰੀ ਸ਼ਾਇਰੀ ਉਹ ਮਾਮਦੀਨ ਤੇ ਪਾਤੀ ਜੀ ਫਾਰਸੀ ਚ ਠੀਕ ਹੈ ਉਹ ਮਾਮਦੀਨ ਉਹ ਦੇਖੋ ਸਾਡੀ ਜਿਹੜੀ ਪੰਜਾਬੀ ਦੀ ਸ਼ਾਇਰੀ ਹੈ ਨਾ ਜਿਹੜੀ ਹੁਣ ਸਾਡੇ ਨਾਲ ਬੱਚੇ ਸਮਝਦੇ ਨੇ ਨਾ ਬੁੱਢੀਆਂ ਸਮਝਦੀਆਂ ਨਾ ਔਲਾਦ ਸਮਝਦੀ ਏ ਹੁਣ ਹੀਰ ਰਾਂਝਾ ਜਿਹੜੀ ਹੈ ਨਾ ਹੁਣ ਹੀਰ ਰਾਂਝਾ ਦੀ ਸ਼ਾਇਰੀ ਜਿਹੜੀ ਹੈ ਇੱਕ ਸ਼ਾਇਰੀ ਜਿਹੜੀ ਹੈ ਉਹਦੇ ਉੱਪਰ ਨੋਬਲ ਪ੍ਰਾਈਜ਼ ਮਿਲ ਸਕਦਾ ਜੇ ਕੋਈ ਸਾਡਾ ਦੇਣ ਵਾਲਾ ਹੁੰਦਾ ਠੀਕ ਹੈ ਹੁਣ ਤੈਨੂੰ ਮੈਂ ਚੱਲ ਤੇਰੀ ਹੋਰ ਗੱਲ ਕਰਨ ਤੋਂ ਪਹਿਲਾਂ ਇੱਕ ਜਿਹੜੀ ਮੈਂ ਤੈਨੂੰ ਹੋਰ ਗੱਲ ਦੱਸ ਦਿੰਦਾ ਕਿ ਦੇਖ ਇਹ ਜਿਹੜੀ ਅੱਜ ਲੋਕ ਗੱਲਾਂ ਕਰ ਰਹੇ ਜਲੰਧਰ ਦੀਆਂ ਤੇ ਗੱਲਾਂ ਕਰ ਰਹੇ ਅਬੂ ਜਹਿਲ ਦੇ ਖਾਨਦਾਨ ਦੇ ਜਿਹੜੇ ਬਰਕੀਆਂ ਦੀਆਂ ਧੀਆਂ ਇਹ ਗੱਲਾਂ ਕਰ ਰਹੀਆਂ ਨੇ ਜਲੰਧਰ ਦੀਆਂ ਤੇ ਉਹ ਜਲੰਧਰ ਇਮਰਾਨ ਖਾਨ ਦੀ ਭੈਣ ਦੀ ਗੱਲ ਕਰ ਹਾਂ ਉਹ ਕਹਿੰਦੀ ਆ ਨਾ ਕਿ ਅਸੀਂ ਜਲੰਧਰ ਤੇ ਨਾ ਉਹਦੇ ਤੇ ਚੰਗਾ ਸੀ ਤੇ ਇਹ ਗੱਲ ਜਿਹੜੀ ਸੀ ਇਹਨੇ ਕਿਹਨੇ ਬੀਬੀ ਤੂੰ ਹੀ ਨਹੀਂ ਕੀਤੀ ਸੀ ਲੇਕਿਨ ਐਡਮਿਰਲ ਸਾਹਿਬ ਪ੍ਰੋਗਰਾਮ ਦਾ ਸ਼ੁਰੂ ਹੈ ਜ਼ਰਾ ਟੌਪਿਕ ਦੱਸ ਦਿਓ ਅੱਜ ਦੇ ਪ੍ਰੋਗਰਾਮ ਦਾ ਕੀ ਹੈਗਾ ਐਡਮਿਰਲ ਸਾਹਿਬ ਪਾਕਿਸਤਾਨ ਦੇ ਵਿੱਚ ਨਾ 2018 ਤੋਂ ਪਹਿਲੇ ਦੇਖੋ ਸਾਡੀ ਵੀ ਹੁਣ ਉਮਰ ਹੋ ਗਈ ਹੈ ਤੇ ਬੱਚੇ ਤੇ ਰਹੇ ਨਹੀਂ ਹੁਣ लेकिन असी ना सारी उम्र सोचा कि पाकिस्तान तारीख के नाजुक दौर से गुजर रहा है और जिस तरह बड़े होंदे गए वो नाजुक दौर होर नाजुक होंदा रहा फिर 2018 आया साड़ी जिंदगी साड़ी जिंदगी तब्दीली का नारा आया ਇਹੋ जी तब्दीली आई कि जिहड़ी कुड़ी 2.5 ਲੱਖ रुपए के जहेज के विच विआही जाती सी ਉਹ इमरान खान की मेहरबानी नाल इस टाइम ते 25 ਲੱਖ च भी वो समान नहीं आंदा सोना 4 ਲੱਖ रुपए तोला कराता 48,000 रुपया 44,000 रुपया होंदा सी
ਪੈਟਰੋਲ ਨੂੰ ਕਿਤੇ ਹੱਥ ਲਾਤੇ ਤੇ ਬੇੜਾ ਨਸਲਾਂ ਬਰਬਾਦ ਕਰ ਗਿਆ। ਚਲੋ ਇਹ ਤੇ ਹੋਇਆ ਨਾ ਕਿ ਕਾਸਮੈਟਿਕ ਦੀਆਂ ਚੀਜ਼ਾਂ ਉਹਨੇ ਵਧਾ ਲਿੱਤੀਆਂ, ਡੋਰੀ ਜੇਸ ਜਿਹੜਾ ਹੁੰਦਾ ਇਸਲਾਮ 'ਚ ਤੇ ਚਲੋ ਹਰਾਮ ਹੈਗਾ, ਲੇਕਿਨ ਸਭ ਤੋਂ ਵੱਡੀ ਗੱਲ ਉਹ ਸਾਡੀਆਂ ਨਸਲਾਂ ਤਬਾਹ ਕਰ ਗਿਆ। ਹਰ ਬੰਦਾ ਇਮਰਾਨ ਖਾਨ ਦੀ ਡੀਪੀ ਲਾ ਕੇ ਤੁਹਾਨੂੰ ਇੰਟਰਨੈਟ ਤੇ ਗੰਦੀਆਂ ਗਾਲਾਂ ਕੱਢਦਾ ਨਜ਼ਰ ਆਏਗਾ। ਜਿਹਨੇ ਇਮਰਾਨ ਖਾਨ ਦੀ ਡੀਪੀ ਲਾਈ ਹੈ ਸਮਝ ਜਾਓ, ਜਿਹਨੇ 804 ਲਿਖਿਆ ਸਮਝ ਜਾਓ ਇਹ ਗੰਦੀ ਮਾਂ ਭੈਣ ਦੀ ਗਾਲ ਕੱਢੇਗਾ, ਐਨੋਨਿਮਸ ਆਈਡੈਂਟੀਟੀ ਆਪਣੀ ਬਣਾਈ। ਹੁਣ ਐਡਮਿਨ ਸਾਹਿਬ 2018 ਆਇਆ, 2018 ਤੋਂ ਬਾਅਦ ਸਾਡੀ ਜ਼ਿੰਦਗੀ ਇੰਝ ਡਿਕਲਾਈਨ ਤੇ ਗਈ, ਉੱਠਦੀ ਨਹੀਂ ਪਈ, ਮੰਨ ਲਾ ਬੇੜਾ ਗਰਕ ਹੋ ਗਿਆ। ਥੋੜ੍ਹੀ ਜਿਹੀ ਹੋਪ ਹੋਈ, ਬਿਆਨ ਮਹਿਸੂਸ ਹੋਇਆ, ਕੁਰਾਨ ਦੇ ਵਿੱਚੋਂ ਲਿੱਤਾ ਗਿਆ, ਅਸੀਂ ਇੰਡੀਆ ਨੂੰ ਜੰਗ ਹਰਾਈ, ਇਹੋ ਜਿਹੀ ਰਾਈ ਦੁਨੀਆ ਨੂੰ ਪਤਾ ਚੱਲਿਆ, ਪਾਕਿਸਤਾਨ ਦਾ ਮੋਰਾਲ ਪੂਰੀ ਦੁਨੀਆ 'ਚ ਵਧਿਆ। ਉਸ ਤੋਂ ਬਾਅਦ ਫੀਲਡ ਮਾਰਸ਼ਲ ਆਇਆ ਅਤੇ ਇਹਨਾਂ ਦੀ ਬਦਕਿਸਮਤੀ ਫੀਲਡ ਮਾਰਸ਼ਲ ਆ ਗਿਆ ਹਾਫਿਜ਼ ਕੁਰਾਨ। ਅੱਛਾ, ਉਹਦੇ ਦਿਲ 'ਚ ਵੀ ਕੁਰਾਨ ਪਾਕ, ਬਿਆਨੁਲ ਮਰਸੂਸ ਵੀ ਕੁਰਾਨ 'ਚੋਂ ਲਿੱਤਾ, ਅਤੇ ਹੁਣ ਸਾਰੀ ਗੱਲ ਡਰਾਈਵ ਹੋ ਰਹੀ ਕੁਰਾਨ 'ਚੋਂ, ਚੀਜ਼ਾਂ ਉੱਥੋਂ ਨਿਕਲੀਆਂ ਨੇ। ਲੇਕਿਨ ਐਡਮਿਰਲ ਸਾਹਿਬ, ਮੀਨਵਾਈਲ ਮੈਂ ਕਰੰਟ ਗੱਲ ਕਰਨਾ ਤੁਹਾਡੇ ਨਾਲ ਕਿ ਟਰੰਪ, ਜਿਹਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਆਦਮੀ ਬੋਲਦੇ ਨੇ, ਦੇਖੋ ਰਿਐਲਿਟੀ ਹੈਗੀ ਹੈ, ਤੁਸੀਂ ਤਾਂ ਐਂਬੈਸਡਰ ਰਹੇ ਹੋ, ਦੁਨੀਆ ਘੁੰਮੀ, ਜੰਗਾਂ ਲੜੀਆਂ, ਅਤੇ ਟਰੰਪ ਨੇ ਵੀ ਫੀਲਡ ਮਾਰਸ਼ਲ ਦੀ ਕਿਹਾ ਮਾਈ ਫੇਵਰਟ ਫੀਲਡ ਮਾਰਸ਼ਲ। ਅੱਛਾ, ਦੁਨੀਆ ਦੇ ਵਿੱਚ ਉਹਨੇ ਇਸਲਾਮ ਦਾ ਬੋਲਬਾਲਾ ਵੀ ਕੀਤਾ ਅਤੇ ਇਸਲਾਮ ਨਾਲ ਪਾਕਿਸਤਾਨ ਦਾ ਬੋਲਬਾਲਾ ਵੀ ਕੀਤਾ। ਅੱਛਾ ਠੀਕ ਹੈ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਕੋਲੋਂ ਕਲੈਰਿਟੀ ਚਾਹ ਰਿਹਾ, ਕਿਉਂਕਿ ਯੂ ਆਰ ਦਾ ਮੋਸਟ ਰਾਈਟ ਪਰਸਨ ਇਸ ਵਰਡ ਨੂੰ ਸਾਨੂੰ ਡਿਸਕ੍ਰਾਈਬ ਕਰਨ ਲਈ, ਚੀਫ ਆਫ ਡਿਫੈਂਸ ਸਟਾਫ ਦਾ, ਕਿ ਫੀਲਡ ਮਾਰਸ਼ਲ ਤੋਂ ਬਾਅਦ ਚੀਫ ਆਫ ਡਿਫੈਂਸ ਸਟਾਫ ਹੈ, ਕੀ ਹੁੰਦਾ? ਪਹਿਲਾਂ ਬੇਟੇ ਤੂੰ ਮੇਰੀ ਸ਼ਾਇਦ ਜਿਹੜੀ ਹੈ ਟੌਪਿਕ ਕਰ ਰਿਹਾ, ਔਰ ਮੈਂ ਕਿਉਂ ਗੱਲ ਕਰ ਰਿਹਾ ਇਸ 'ਤੇ, ਆਪਣੇ ਬੱਚਿਆਂ ਨੂੰ, ਆਪਣੇ ਬੇਟੀਆਂ ਨੂੰ ਜਿਹੜੇ ਮੇਰੇ ਭਾਈ ਬੈਠੇ ਆ, ਮੇਰੇ ਬਜ਼ੁਰਗ ਤਾਂ ਨਹੀਂ, ਮੇਰੇ ਭਾਈ ਆ ਬਜ਼ੁਰਗ ਸਾਰੇ ਜਿਹੜੇ ਆ, ਮੇਰੀਆਂ ਭੈਣਾਂ ਨੇ, ਮੇਰੀਆਂ ਬੱਚੇ ਨੇ ਬੈਠੇ, ਮੈਂ ਤੁਹਾਨੂੰ ਬੇਟੇ ਦੱਸ ਦੇਵਾਂ ਕਿ ਮੈਂ ਇਸ ਵੇਲੇ ਤਕਰੀਬਨ 84 ਸਾਲ ਦਾ ਹੋਣ ਵਾਲਾ ਜੀ, ਅਤੇ ਮੈਂ ਬੇਟੇ ਪਾਕਿਸਤਾਨ ਬਣਦੇ ਦੇਖਿਆ, ਟੁੱਟਦੇ ਦੇਖਿਆ, 3 ਜੰਗਾਂ ਲੜੀਆਂ, ਰਨ ਕੱਛ ਦੀ ਜੰਗ ਲੜੀ, 65 ਦੀ ਜੰਗ ਲੜੀ, 71 ਦੀ ਜੰਗ ਲੜੀ, ਫਿਰ ਮੈਂ ਨੇਵੀ ਦਾ ਚੀਫ ਬਣਨ ਦੀ ਜੰਗ ਲੜੀ, ਉਹਦੇ 'ਚ ਮੈਂ ਕਾਮਯਾਬ ਨਹੀਂ ਹੋਇਆ, ਅਤੇ ਫਿਰ ਮੈਨੂੰ ਲੋਲੀਪੌਪ ਦੇ ਕੇ ਸਫੀਰ ਬਣਾ ਕੇ ਟਿਊਨਸ ਭੇਜ ਦਿੱਤਾ, ਅਤੇ ਉੱਥੇ ਮੇਰੇ ਨਾਲ ਜਿਹੜੀ ਅਮਰੀਕਾ ਦੀ ਸਫੀਰ ਸੀ ਉਹਦਾ ਨਾਂ ਸੀ ਰੋਬਨ ਰਫੀਅਲ, ਔਰ ਉਹਦੇ ਬਾਅਦ ਮੈਂ ਉੱਥੇ ਯਾਸਰ ਅਰਫਾਤ ਦੇ ਨਾਲ ਵੀ ਉੱਥੇ ਆ ਗਿਆ ਸੀ, ਮੈਂ ਸਫੀਰ ਸੀ। ਇਸ ਵਾਸਤੇ ਅਗਰ ਇਹ ਬੱਚਾ ਮੇਰੇ ਤੋਂ ਪੁੱਛ ਰਿਹਾ ਜੇ, ਜਿਹੜਾ ਇਹਨੇ ਸਵਾਲ ਕੀਤਾ ਜੇ, ਕਿਉਂਕਿ ਮੈਂ ਨਾ ਸਿਰਫ ਨੈਸ਼ਨਲ ਡਿਫੈਂਸ ਕਾਲਜ 'ਚ ਰਿਹਾ, ਮੈਂ 79 ਦਾ ਵਾਰ ਕੋਰਸ ਕੀਤਾ ਉੱਥੇ, ਉਹਦੇ ਬਾਅਦ ਫਿਰ ਮੈਂ ਉੱਥੇ ਹੀ ਉਸਤਾਦ ਵੀ ਰਿਹਾ। 87 88 ਦੇ ਜਿਹੜੇ ਜਵਾਨ ਅਤੇ ਕਰਨੈਲ ਜਿਹੜੇ ਮੇਰੇ ਥੱਲੇ ਪੜ੍ਹਨ ਆਏ, ਉਹਨਾਂ ਦੀਆਂ ਰਿਪੋਰਟਾਂ ਲਿਖੀਆਂ। ਇਸ ਵਾਸਤੇ ਇਹ ਜਿਹੜਾ ਬੱਚੇ ਨੇ ਸਵਾਲ ਕੀਤਾ ਕਿ ਚੀਫ ਆਫ ਡਿਫੈਂਸ ਜਿਹੜਾ ਜੇ ਫੋਰਸਿਸ ਉਹ ਕੀ ਹੁੰਦਾ ਹੈ, ਇਸ ਵਾਸਤੇ ਮੈਂ ਹੁਣ ਤੁਹਾਨੂੰ ਦੱਸ ਰਿਹਾ ਕਿ ਕੀ ਹੁੰਦਾ ਜੀ। ਇਹ ਗੱਲ ਕਿੱਥੋਂ ਸ਼ੁਰੂ ਹੋਈ ਪਾਕਿਸਤਾਨ 'ਚ? ਪਹਿਲਾਂ ਪਾਕਿਸਤਾਨ 'ਚ ਬੇਟੇ, ਇਹ ਜਿਹੜੀ ਮੈਂ ਅਦੀਲ ਤੈਨੂੰ ਕਹਿ ਰਿਹਾ, ਪਹਿਲਾਂ ਪਾਕਿਸਤਾਨ 'ਚ ਅਸੀਂ ਇੰਡੀਪੈਂਡੈਂਟ, ਯਾਨੀ ਆਪਣੀ ਵੱਖਰੀਆਂ ਆਰਮੀ, ਨੇਵੀ ਅਤੇ ਏਅਰਫੋਰਸ ਹੁੰਦੇ ਸੀ। ਠੀਕ ਆ। ਜਿੱਲੇ ਗੋਰਾ ਸਾਨੂੰ ਛੱਡ ਕੇ ਗਿਆ, ਯਾਨੀ ਕਿ 14 ਅਗਸਤ 1947 ਨੂੰ, ਠੀਕ ਆ, ਉਸ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੀ ਸਭ ਨਾਲੋਂ ਸੀਨੀਅਰ ਯਾਨੀ ਸਰਵਿਸ ਸੀ, ਉਹ ਪਾਕਿਸਤਾਨ ਨੇਵੀ ਸੀ। ਕਿਉਂ ਸੀ ਕਿ ਗੋਰੇ ਦੇ ਆਪਣੇ ਦੇਸ਼ ਵਿੱਚ ਉਹ ਸਭ ਨਾਲੋਂ ਸੀਨੀਅਰ ਸਰਵਿਸ ਨੇਵੀ ਹੈ, ਕਿਉਂਕਿ ਉਹ ਜਹਾਜ਼ਾਂ 'ਤੇ, ਪਾਣੀ 'ਤੇ, ਸਮੁੰਦਰ 'ਤੇ, ਉਹਦੇ ਜ਼ੋਰ 'ਤੇ ਉਹਨਾਂ ਨੇ ਦੁਨੀਆ 'ਤੇ ਕਬਜ਼ਾ ਕੀਤਾ। ਇਸ ਵਾਸਤੇ ਨੇਵੀ ਸਭ ਨਾਲੋਂ ਉਹਨਾਂ ਦੀ ਸੀਨੀਅਰ ਸੀ। ਲੇਕਿਨ ਪਾਕਿਸਤਾਨ 'ਚ ਆ ਕੇ, ਕਿਉਂਕਿ ਇਹ ਜ਼ਿਆਦਾਤਰ ਜ਼ਮੀਨੀ, ਇਹ ਜਿਹੜਾ ਜ਼ਮੀਨ ਦੇ ਲੋਕ ਰਹਿਣ ਵਾਲੇ ਆ, ਜਿਹੜੇ ਇੱਥੇ ਜਿਹੜੀ ਤਾਰੀਖ ਹੈ ਏਸ਼ੀਆ ਦੀ, ਦੁਨੀਆ ਦੀ ਤਾਰੀਖ ਹੈ ਕਿ ਜਿਨ੍ਹਾਂ ਨੇ ਜੰਗਾਂ ਲੜੀਆਂ ਜ਼ਮੀਨ 'ਤੇ, ਚਾਹੇ ਉਹ ਅਲੈਗਜ਼ੈਂਡਰ ਸੀ, ਇਸਕੰਦਰ ਆਜ਼ਮ ਸੀ, ਜਾਂ ਦੂਜੇ ਤੀਜੇ ਜਿੰਨੇ ਸੀ, ਅਤੇ ਜਿੱਤ ਉਹਨਾਂ ਦੀ ਹੋਈ ਜਿਨ੍ਹਾਂ ਨੇ ਜ਼ਮੀਨ 'ਤੇ ਜੰਗ ਜਿੱਤੀ ਹੋਈ ਹੋਵੇ। ਹਾਂਜੀ, ਬੇਸ਼ੱਕ। ਲੇਕਿਨ ਫਿਰ ਕੀ ਹੋਇਆ ਕਿ ਫਿਰ ਜਿਹੜੇ ਅਮਰੀਕਨ ਆ ਗਏ, ਛਾ ਗਏ ਦੁਨੀਆ 'ਤੇ ਅਮਰੀਕਾ ਨੇ ਕਿਹਾ ਕਿ ਯਾਰ ਜਿਹੜਾ ਪਹਿਲਾ ਮਕੂਲਾ ਸੀ, ਜਾਂ ਪਹਿਲੀ ਜਿਹੜੀ ਬੜੀ ਸਿਆਣੇ ਕਹਿੰਦੇ ਹੁੰਦੇ ਸੀ ਕਿ ਜਿਹੜਾ ਵੀ ਜ਼ਮੀਨ ਦੇ ਉੱਪਰ ਤਗੜਾ ਜੇ, ਉਹ ਦੁਨੀਆ ਤਗੜਾ, ਉਹ ਗੱਲ ਗਲਤ ਹੋ ਗਈ ਹੈ। ਠੀਕ ਹੈ। ਤੇ ਅਮਰੀਕਾ ਨੇ ਕਿਹਾ ਕਿ ਜਿਹੜਾ ਸਮੁੰਦਰ 'ਤੇ ਤਗੜਾ ਜੇ, ਉਹ ਤਗੜਾ ਜੇ। ਠੀਕ ਹੈ। ਇਸ ਵਾਸਤੇ ਉਹਨਾਂ ਨੇ ਸਮੁੰਦਰੀ ਬਹਿਰੀ ਜਹਾਜ਼ ਬਣਾਏ ਔਰ ਏਅਰਕ੍ਰਾਫਟ ਕੈਰੀਅਰ ਬਣਾਏ। ਉਹ ਜਿਹੜਾ ਇੱਕ ਏਅਰਕ੍ਰਾਫਟ ਜਿੱਥੇ ਖੜਾ ਹੋ ਜਾਂਦਾ, ਉਹ ਇਵੇਂ ਜਿਵੇਂ 2 ਸਰਗੋਧਾ ਬੇਸ ਖੜੀਆਂ ਹੋ ਗਈਆਂ ਨੇ।
ਕਿ ਉਹ ਵੀਅਤਨਾਮ ਦੇ ਅੱਗੇ ਖੜੇ ਹੋ ਗਏ ਤੇ ਉੱਥੇ ਤਗੜੇ ਹੋ ਗਏ, ਜਾਪਾਨ ਤੇ ਖੜੇ ਹੋ ਗਏ ਤੇ ਉੱਥੇ ਤਗੜੇ ਹੋ ਗਏ, ਮਿਡਲ ਈਸਟ ਖੜੇ ਹੋ ਗਏ ਉੱਥੇ ਤਗੜੇ ਹੋ ਗਏ। ਇਸ ਵਾਸਤੇ ਐਡਮਿਰਲ ਮਹਾਨ ਸੀ ਨਾ, ਜਿਹੜਾ ਕਿ ਉਹਨੇ ਕਿਹਾ ਨਾ 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 ਅਸੀਂ ਨਹੀਂ ਮੰਨਦੇ ਕਿ ਜਿਹੜਾ ਜ਼ਮੀਨ ਤੇ ਤਗੜਾ ਉਹ ਦੁਨੀਆ ਤਗੜਾ, ਅਸੀਂ ਮੰਨਦੇ ਹਾਂ ਕਿ ਜਿਹੜਾ ਸਮੁੰਦਰ ਤੇ ਤਗੜਾ ਉਹ ਸਭ ਨਾਲੋਂ ਤਗੜਾ। ਅੱਛਾ ਠੀਕ ਹੈ। ਉਹਦੀ ਵਜ੍ਹਾ ਇੱਕ ਹੋਰ ਵੀ ਹੈ। ਠੀਕ ਹੈ। ਅੱਲਾ ਨੇ ਕਿਹਾ ਦੁਨੀਆ 'ਚ, ਔਰ ਦੁਨੀਆ 'ਚ ਹੈ ਵੀ, ਅੱਲਾ ਨੇ ਕਿਹਾ ਤੇ ਕਾਫੀ ਹਕੀਕਤਾਂ ਵੀ ਹੈ ਨਾ। ਅੱਲਾ ਨੇ ਕਿਹਾ ਦੋ ਅੱਖਾਂ ਤੇ ਸਾਨੂੰ ਨਜ਼ਰ ਵੀ ਬੇਸ਼ੱਕ ਜੀ ਬੇਸ਼ੱਕ। ਉਹ ਹੈ ਕਿ ਦੁਨੀਆ ਜਿਹੜੀ ਹੈ ਉਹ ਦੋ ਹਿੱਸੇ ਪਾਣੀ ਹੈ। ਠੀਕ ਹੈ। ਤੇ ਇੱਕ ਹਿੱਸਾ ਠੀਕ ਹੈ ਖੁਸ਼ਕੀ ਹੈ। ਠੀਕ ਹੈ। ਤੁਹਾਨੂੰ ਪਤਾ ਨਾ, ਦੋ ਹਿੱਸੇ ਪਾਣੀ ਇੱਕ ਹਿੱਸਾ ਖੁਸ਼ਕੀ। ਤੇ ਮੰਨਦੇ ਹੋ ਨਾ ਤੁਸੀਂ, ਸਾਰੇ ਮੰਨਦੇ ਆ ਨਾ। ਸਹੀ ਗੱਲ ਹੈ। ਹੁਣ ਅਗਰ ਦੋ ਹਿੱਸੇ ਪਾਣੀ ਹੈ, ਤੂੰ ਹੁਣ ਅਗਰ ਜਿੰਨ ਹੈ, ਅਗਰ ਤੂੰ ਉਹ ਪਾਣੀ 'ਤੇ ਤੇਰਾ ਖਾਲੀ ਖੁਸ਼ਕੀ 'ਤੇ ਕੰਟਰੋਲ ਹੋਵੇ ਤੇ ਪਾਣੀ 'ਤੇ ਨਾ ਹੋਵੇ ਤਾਂ ਤੂੰ ਜਿੰਨ ਕਾਮਯਾਬ ਨਹੀਂ ਹੈ। ਅੱਛਾ ਠੀਕ ਆ। ਦੋ ਹਿੱਸੇ ਤਾਂ ਪਾਣੀ ਹੈਗਾ। ਦੋ ਹਿੱਸੇ ਪਾਣੀ ਹੈ। ਠੀਕ ਹੈ। ਇਸ ਵਾਸਤੇ ਇਹ ਗੱਲ ਮੰਨੀ ਗਈ। ਔਰ ਦੂਸਰੀ ਜੰਗੇ ਅਜ਼ੀਮ ਯਾਨੀ ਪਹਿਲੀ ਜੰਗੇ ਅਜ਼ੀਮ ਤੋਂ ਇਹ ਥਿਊਰੀ ਸ਼ੁਰੂ ਹੋਈ, ਔਰ ਫਿਰ ਹੁਣ ਤੱਕ ਜਿਹੜੀ ਹੈ ਥਿਊਰੀ, ਹੁਣ ਜਿਹੜਾ ਚੌਧਰੀ ਮੰਨਿਆ ਜਾਂਦਾ ਉਹਨੂੰ ਮੰਨਿਆ ਜਾਂਦਾ ਜਿਹਦੇ ਕੋਲ ਪਾਵਰ ਪ੍ਰੋਜੈਕਸ਼ਨ ਸਮੁੰਦਰ 'ਤੇ ਹੈਗੀ ਹੈ। ਉਹਦਾ ਕੀ ਮਤਲਬ ਹੋਇਆ ਕਿ ਸਮੁੰਦਰ ਦੇ ਵਿੱਚ ਤੁਹਾਡੇ ਕੋਲ ਚੱਲਦਾ ਫਿਰਦਾ ਤੈਰਦਾ ਹੋਇਆ ਹਵਾਈ ਅੱਡਾ ਜਿੱਥੇ ਮਰਜ਼ੀ ਲੈ ਜਾਓ। ਠੀਕ ਹੈ। ਹੁਣ ਉਹਦੇ ਬਾਅਦ ਇੱਕ ਹੋਰ ਗੱਲ ਆ ਗਈ। ਹੁਣ ਦੀ ਜਿਹੜੀਆਂ ਨੇ, ਜਿਹੜੇ ਬੰਦਾ ਚੰਦ 'ਤੇ ਵੀ ਚਲਾ ਗਿਆ ਔਰ ਮਾਰਸ 'ਤੇ ਵੀ ਜਾ ਰਿਹਾ, ਜੇ ਸਪੇਸ ਵਾਰ ਆ ਗਈ, ਮਿਜ਼ਾਈਲਾਂ ਆ ਗਈਆਂ। ਹੁਣ ਜਿਹੜੀ ਇੱਥੋਂ ਮਿਜ਼ਾਈਲ ਛੱਡੋ ਤੇ ਸਾਰੀ ਦੁਨੀਆ 'ਤੇ ਘੁੰਮ ਕੇ ਜਾ ਕੇ ਹਮਲਾ ਕਰ ਸਕਦੀ। ਹੁਣ ਉਹਨਾਂ ਨੇ ਕਿਹਾ ਭਾਈ ਉਹ ਗੱਲ ਨਹੀਂ। ਹੁਣ ਜਿਹੜੀ ਗੱਲ ਹੈ ਕਿ ਜਿਹੜੀ ਹੈ ਜਿਨ੍ਹਾਂ ਨੂੰ ਸਪੇਸ ਦੇ ਉੱਪਰ ਪਾਵਰ ਹੈ, ਉਹ ਚਾਹੇ ਸਪੇਸ ਦੇ ਉੱਪਰ ਪਾਵਰ ਤੇ ਚਾਹੇ ਜ਼ਮੀਨ 'ਚ ਮਾਰਨ ਮਿਜ਼ਾਈਲ, ਤੇ ਚਾਹੇ ਖੁਸ਼ਕੀ 'ਚ ਮਾਰਨ, ਚਾਹੇ ਸਮੁੰਦਰ 'ਚ ਮਾਰਨ, ਉਹ ਤਗੜਾ, ਉਹ ਚੌਧਰੀ। ਯਾਨੀ ਕਿ ਪਹਿਲੇ ਅਮਰੀਕਾ ਨੇ ਚੌਧਰੀ ਸਮੁੰਦਰ ਨੂੰ ਬਣਾਇਆ। ਹਾਂ, ਤੇ ਹੁਣ ਕੀ ਕਹਿੰਦੇ ਦੁਨੀਆ ਨੇ, ਹੁਣ ਕਹਿੰਦਾ ਹੁਣ ਸਮੁੰਦਰ ਵੀ ਖਤਮ, ਹੁਣ ਇਹ ਸਪੇਸ ਹੈ। ਠੀਕ ਹੈ। ਤੂੰ ਜੋ ਇੱਥੇ ਬੈਠ ਕੇ ਇੱਥੋਂ ਤੇਰਾ ਦੱਸ ਦਿੱਤਾ ਜਗ੍ਹਾ ਕਿੱਥੇ ਕਰ ਰਿਹਾ ਤੂੰ। ਅਗਰ ਇੱਥੇ ਤੂੰ ਇੱਕ ਛੁਰੀ ਚਲਾਉਣਾ ਜੇ ਤੇ ਉਹ ਨੇਤਨਯਾਹੂ ਦੇ ਲੱਗਦੀ, ਦਿੱਲੀ 'ਚ ਲੱਗਦੀ, ਲਖਨਊ 'ਚ ਲੱਗਦੀ ਹੈ, ਅੰਡਮਾਨ 'ਚ ਲੱਗਦੀ ਹੈ, ਤੇ ਤੈਨੂੰ ਪਾਣੀ ਦੀ ਲੋੜ ਨਹੀਂ। ਲੋੜ ਹੀ ਨਹੀਂ। ਹਾਂਜੀ। ਅੱਛਾ, ਹੁਣ ਇਹਦੇ ਬਾਅਦ ਅੱਜ ਦੇ ਜ਼ਮਾਨੇ 'ਚ ਜਿਹੜੇ ਅਲਹਮਦੁਲਿਲਾ ਜਿਹੜੀ ਸਾਡੀ ਹੈ ਇਹ 4 ਦਿਨ ਦੀ ਜਿਹੜੀ ਜੰਗ ਹੋਈ, ਬਿਆਨੁਲ ਮਰਸੂਸ ਜਿਹੜੀ ਹੈ, ਇਹ ਬਿਆਨੁਲ ਮਰਸੂਸ ਹਾਫਿਜ਼ ਸਾਹਿਬ ਨੇ ਨਾਂ ਕਿੱਥੋਂ ਕੱਢਿਆ? ਕੁਰਾਨ ਤੋਂ, ਕੁਰਾਨ ਪਾਕ ਤੋਂ। ਤੇ ਫਿਰ ਕੁਰਾਨ ਪਾਕ ਹੀ ਕਹਿੰਦਾ ਕਿ ਦੋ ਹਿੱਸੇ ਖੁਸ਼ਕੀ, ਦੋ ਹਿੱਸੇ ਪਾਣੀ ਤੇ ਇੱਕ ਹਿੱਸਾ ਖੁਸ਼ਕੀ। ਇਸ ਵਾਸਤੇ ਜਿਹੜੀ ਪਹਿਲਾਂ ਨੇਵੀ 47 ਸੀ ਕਿ ਨੇਵੀ ਨੰਬਰ 1 ਯਾਨੀ ਪਹਿਲਾਂ ਕੁਰਸੀ ਨੇਵੀ ਦੀ ਲੱਗੇਗੀ, ਫਿਰ ਆਰਮੀ ਦੀ, ਫਿਰ 에ਅਰ ਫੋਰਸ ਦੀ। ਜਿਹੜੇ ਅਯੂਬ ਖਾਨ ਆਇਆ, ਉਹ ਯਾਰ ਜਿਹੜਾ ਡਿਕਟੇਟਰ ਕਹਿੰਦੇ ਆ ਅਸੀਂ, ਉਹਨਾਂ ਨੂੰ ਵਲੀਉੱਲਾ ਨਹੀਂ ਕਹਿੰਦੇ, ਡਿਕਟੇਟਰ ਹੀ ਕਹਿੰਦੇ ਆ ਨਾ। ਚਾਹੇ ਕਿੰਨਾ ਵੀ ਚੰਗਾ ਹੋਵੇ ਉਹਨੂੰ ਡਿਕਟੇਟਰ ਹੀ ਕਹਿੰਦੇ ਨਾ। ਠੀਕ ਹੈ। ਹਲਾਲ ਦੇ ਮੁੰਡੇ ਨੂੰ ਹਲਾਲ ਦਾ ਕਹਿੰਦੇ ਆ, ਲੇਕਿਨ ਇਮਰਾਨ ਖਾਨ ਦੀ ਉਹਦੀ ਜਿਹੜੀ ਕੁੜੀ ਉਹਨੂੰ ਹਮਦੀ ਵੀ ਤੇ ਕਹਿੰਦੇ ਆ ਕਿ ਨਹੀਂ? ਠੀਕ ਹੈ, ਕਹਿੰਦੇ। ਹੁਣ ਅਸੀਂ ਅਗਰ ਟੈਕਨੀਕਲੀ ਅਸੀਂ ਉਹਦੇ ਮੁੰਡਿਆਂ ਨੂੰ ਹਲਾਲ ਦਾ ਮੰਨਦੇ ਹਾਂ, ਹਾਲਾਂਕਿ ਉਹਦੇ ਉੱਪਰ ਵੀ ਬੜੇ ਕੁਐਸਚਨ ਨੇ, ਲੇਕਿਨ ਉਹਦੀ ਕੁੜੀ ਨੂੰ ਤੇ ਕੋਈ ਨਹੀਂ ਮੰਨਦਾ ਹਲਾਲ ਦੀ ਨਾ। ਟੈਰੀਅਨ ਵਾਈਟ ਜਿਹੜੀ ਉਹਦੀ ਦੀ ਕੁੜੀ ਹੈ ਨਾ ਜੀ। ਮੈਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਓ, ਲੇਕਿਨ ਉਹਦੇ ਨਾਲ ਹਲਾਲਦੀ ਤੇ ਨਹੀਂ ਹੋ ਜਾਣਾ, ਹਕੀਕਤ ਨਹੀਂ ਬਦਲੇਗੀ। ਹਾਂ, ਹੁਣ ਆਪਣਾ ਅਯੂਬ ਖਾਨ ਨੇ ਆ ਕੇ, ਜ਼ਿਆਉਲ ਹਕ ਨੇ ਆ ਕੇ, ਇਹਨਾਂ ਸਾਰਿਆਂ ਨੇ ਅੱਲਾ ਨੇੜੇ ਕੇ ਕੁਸੁਨ। ਠੀਕ ਹੈ, ਠੀਕ ਹੈ ਕਿ ਨਹੀਂ? ਉਹ ਕੁਸੁਨ ਸਾਡੇ ਨੇੜੇ ਵੀ ਆਇਆ। ਤੇ ਸਭ ਨਾਲੋਂ ਪਹਿਲੇ ਅਯੂਬ ਖਾਨ ਦੇ ਜ਼ਮਾਨੇ ਦੇ ਵਿੱਚ, ਜਿੱਲੇ ਅਯੂਬ ਖਾਨ ਨੇ ਕਿਹਾ ਕਿ ਮਾਰਸ਼ਲ ਲਾ ਲਾਉਣਾ ਜੇ ਅਸੀਂ, ਕਿ ਜਿਹੜਾ ਨੇਵੀ ਦਾ ਚੀਫ ਸੀ ਉਹ ਸੀ ਹਾਜੀ ਮੁਹੰਮਦ ਸਦੀਕ ਚੌਧਰੀ। ਠੀਕ ਹੈ। HMS ਚੌਧਰੀ। ਠੀਕ ਹੈ। ਹੁਣ HMS ਨਾਲ ਕੀ ਬਣਦਾ ਜੇ? ਹਾਜੀ ਮੁਹੰਮਦ ਸਦੀਕ। ਲੇਕਿਨ ਇੱਕ ਹੋਰ ਚੀਜ਼ ਵੀ ਬਣਦੀ, ਹਿਜ਼ ਮੈਜੈਸਟੀ ਸ਼ਿਪ, ਯਾਨੀ ਗੋਲਿਆਂ ਦਾ ਜਿਹੜਾ ਜਹਾਜ਼ ਸਰਕਾਰੀ ਹੋਵੇ ਨਾ। ਉਹ ਬਈ ਜਹਾਜ਼ ਕਈ ਦੇ ਹੁੰਦੇ ਨਾ, ਇੱਕ ਸਮਾਨ ਵਾਲਾ ਜਹਾਜ਼ ਹੈ, ਇੱਕ ਤੇਰਾ ਆਪਣਾ ਸੈਰ ਕਰਨ ਵਾਲਾ ਜਹਾਜ਼ ਹੈ, ਇੱਕ ਜਿਹੜਾ ਜਹਾਜ਼ ਹੈ ਤੋਪਾਂ ਲੱਗੀਆਂ ਹੋਈਆਂ ਜੰਗੀ ਜਹਾਜ਼ ਹੈ। ਤੇ ਜਿਹੜਾ ਜੰਗੀ ਜਹਾਜ਼ ਕੌਮ ਦਾ ਹੋਵੇ ਉਹਨੂੰ ਕਹਿੰਦੇ ਨੇ HMS, ਗੋਲਿਆਂ ਦੇ ਕੌਮੀ ਜਹਾਜ਼ ਹੈ। ਅਸੀਂ ਆਪਣੇ ਨੇਵੀ ਦੇ ਜਹਾਜ਼ ਨੂੰ ਕਹਿੰਦੇ PNS ਯਾਨੀ ਪਾਕਿਸਤਾਨ ਨੇਵੀ ਸ਼ਿਪ। ਠੀਕ ਹੈ। ਅੱਛਾ, ਹੁਣ ਉਹਨਾਂ ਨੇ ਬਦਲ ਦਿੱਤਾ, ਉਹਨਾਂ ਨੇ ਕਿਹਾ ਆਰਮੀ ਪਹਿਲਾਂ ਚੌਧਰੀ। ਠੀਕ ਹੈ।
ਹੁਣ ਨੇਵੀ ਦੂਜੀ ਤੇ 에ਅਰਫੋਰਸ ਤੀਜੇ ਨੰਬਰ 'ਤੇ। ਠੀਕ ਹੋ ਗਿਆ। ਠੀਕ ਹੈ। ਗੱਲ ਇਹ ਹੈ ਕਿ ਗੱਲ ਸੁਣ ਬੇਟੇ, ਜਿਸੇ ਪੀਆ ਚਾਹੇ ਵਹੀ ਸੁਹਾਗਨ। ਹੁਣ ਤੂੰ ਮੇਰਾ ਜਾਨ ਮੇਰਾ ਹੈ, ਮੇਰਾ ਲਸ਼ਕਦਾ ਇਹ ਵੀਰ ਮੇਰਾ ਘੋੜੀ ਚੜਿਆ, ਇਹ ਗਾਣੇ ਗਾਉਣ ਵਾਲੀਆਂ ਭੈਣਾਂ ਉਹ ਹੁਣ ਹੋਵੇ, ਲੇਕਿਨ ਅਗਰ ਤੈਨੂੰ ਕਹਾਣੀ ਪਸੰਦ ਹੈ ਤੇ ਮੈਂ ਕੀ ਕਰਾਂ? ਠੀਕ ਹੈ ਹਾਂਜੀ ਫਿਰ ਠੀਕ ਹੈ ਨਾ। ਠੀਕ ਜਿਸੇ ਪੀਆ ਚਾਹੇ ਉਹੀ ਸੁਹਾਗਨ। ਸੁਹਾਗਨ। ਹੁਣ ਪੀਆ ਵਾਲਾ ਜਿਹੜਾ ਕਹਿੰਦਾ ਕਿ ਇੱਥੇ ਆਰਮੀ ਅੱਗੇ ਤੇ ਨੇਵੀ ਪਿੱਛੇ, ਅਸੀਂ ਕਿਹਾ ਸਲਾਮ ਹੈ। ਠੀਕ ਹੈ। ਹੁਣ ਇੱਥੋਂ ਕੰਮ ਸ਼ੁਰੂ ਹੋਇਆ। ਪਹਿਲਾਂ ਜਿਹੜਾ ਬੰਦਾ ਸੀ ਜਿੱਲੇ ਮਾਰਸ਼ਲ ਲਾ ਲਾਉਣ ਲੱਗਾ ਅਯੂਬ ਖਾਨ, ਤੇ ਉਦੋਂ ਨੇ ਬਣਾਈ, ਉਹਨਾਂ ਨੇ ਤਿੰਨਾਂ ਚੀਫਾਂ ਨੂੰ ਬਣਾਇਆ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਾਡੇ ਦੇਸੀ ਬੰਦੇ ਨੇ ਨਾ, ਇਹ ਚੌਂਕੇ ਸਾਡੀ ਫੌਜ ਵੀ, ਸਾਡੀ ਬਿਊਰੋਕ੍ਰੇਸੀ ਵੀ, ਸਾਡੇ ਆਲਮ ਵੀ, ਸਾਡੇ ਪ੍ਰੋਫੈਸਰ ਵੀ, ਸਾਡਾ ਮੀਡੀਆ ਵੀ, ਸਾਡੇ ਦਾਨਸ਼ਵਰ ਵੀ, ਅਸੀਂ ਕੌਣ ਆ? ਅਸੀਂ ਬੰਦੇ ਦੇ ਪੁੱਤਰ ਨਹੀਂ ਹੈ। ਠੀਕ ਹੈ। ਫਿਰ ਤੇਰਾ ਪੋਡਕਾਸਟ ਨਹੀਂ ਚੱਲਣਾ। ਚਲੋ ਅਸੀਂ ਇਹ ਤੇ ਪਾ ਦੇਗਾ ਜਾਂ ਇਹਨੂੰ ਵੀ ਕੱਟ ਪੈ ਜਾਏਗਾ ਠੀਕ ਹੈ ਜੀ। ਇਸ ਵਾਸਤੇ ਗੋਲੇ ਜਿਹੜਿਆਂ ਨੇ ਕਿਹਾ, ਅਸਲ ਦੇ ਵਿੱਚ ਕਹਾਣੀ ਪਾਕਿਸਤਾਨ ਬਣਦੀ ਹੈ ਉਹ ਮੈਂ ਸੁਣਾ ਰਿਹਾ ਜੇ, ਕਿ ਕਿਤੇ 19ਵੀਂ ਸਦੀ ਮਤਲਬ 1870 ਚ 1800, ਅੱਜ ਹੈਗਾ 20,025। ਠੀਕ ਹੈ। ਤੇ ਮੈਂ ਗੱਲ ਕਦੋਂ ਦੀ ਕਰ ਰਿਹਾ? 1870 80 90 ਦੀ ਗੱਲ ਕਰ। ਉਦੋਂ ਜਿਹੜੇ ਨਾ ਦੇਖੋ ਨਾ ਬੇਟੇ, ਇੱਕ ਜਿਹੜੀਆਂ ਸਾਨੂੰ ਕਈ ਗੱਲਾਂ ਰਿਪੀਟ ਕਰਨੀਆਂ ਪੈਂਦੀਆਂ, ਜਿਹੜੇ ਤੇਰੇ ਢਿੱਡ 'ਚ ਵੱਟ ਪੈਣ ਲੱਗ ਪੈਂਦਾ ਕਿ ਤੂੰ ਕਿੰਨੀ ਦਫਾ ਗੱਲ ਕਰੇਂਗਾ ਇਹ। ਠੀਕ ਹੈ। ਹੁਣ ਜਿਵੇਂ ਤੂੰ ਕੋਟ ਲੈਣ ਜਾਂਦਾ ਜਾਂ ਸ਼ਰਟ ਲੈਣ ਜਾਂਦਾ, ਤੇ ਸਵੇਰ ਤੋਂ ਅਗਰ 100 ਗਾਹਕ ਆਏ ਹੁੰਦੇ ਦੁਕਾਨਦਾਰ ਤੋਂ, ਤੇ ਉਹ 100 ਦਫਾ ਉਹ ਕਮੀਜ਼ ਦੀ ਕੀਮਤ ਦੱਸਦਾ ਕਿ ਨਹੀਂ? ਉਹਦੇ ਢਿੱਡ 'ਚ ਵੱਟ ਨਹੀਂ ਪੈਂਦਾ। ਮੇਰੀ ਗੱਲ ਤੇ ਤੈਨੂੰ ਵੱਟ ਪੈ ਜਾਂਦਾ ਜੇ। ਹੁਣ ਮੈਂ ਦੱਸਾਂ ਕਿ ਜਿਹੜੇ ਯਹੂਦੀ ਸੀ, ਮੈਂ ਹੁਣ ਕਿੰਨੀ ਦਫਾ ਤੁਹਾਨੂੰ ਸਾਰਿਆਂ ਨੂੰ ਦੱਸਾਂ ਕਿ ਅੱਲਾ ਨੇ ਜਿਹੜੇ ਤੂਫਾਨ ਨੂਹ ਲਿਆ ਕੇ ਦੁਨੀਆ ਖ਼ਤਮ ਕਰ ਦਿੱਤੀ ਸੀ, ਤੇ ਇੱਕ ਦਫਾ ਦੁਨੀਆ ਤੇ ਕਿਆਮਤ ਆ ਚੁੱਕੀ ਸੀ ਤੇ ਦੁਬਾਰਾ ਦੁਨੀਆ ਬਣੀ। ਤੇ ਅਸੀਂ ਤਦੀ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ ਅਸੀਂ ਕੀ ਕਹਿੰਦੇ ਆ? ਆਦਮੇ ਸਾਨੀ, ਕਿ ਜੀ ਨਵਾਂ ਸਿਰੇ ਤੋਂ ਬਾਬਾ ਆਦਮ ਆਇਆ ਜੀ, ਨਵਾਂ ਆਇਆ। ਠੀਕ ਹੈ ਜੀ। ਤੇ ਬਾਬੇ ਆਦਮ ਦੇ ਜਿਲੇ ਹੁਣ ਤੂਫਾਨ ਨੂਹ 'ਚ ਜਿਹੜੇ ਕੌਣ ਬੱਚੇ ਸੀ? ਜਿਹੜੇ ਕਿਸ਼ਤੀ ਦੇ ਸਵਾਰ ਸੀ। ਉਹ 40 ਬੱਚੇ, 50 ਬੱਚੇ, 100 ਬੱਚੇ, ਅਸੀਂ ਸਾਨੂੰ ਨਹੀਂ ਪਤਾ। ਪਰ ਜਦੋਂ ਉਹਨਾਂ ਦੀ ਤਾਦਾਦ ਜਿਹੜੀ ਹੈ ਲੱਖਾਂ 'ਚ ਹੋ ਗਈ, ਤੇ ਤਦੇ ਹੀ ਅੱਲਾ ਦੇ ਨਬੀ ਨੇ ਉਹਨਾਂ ਨੂੰ ਉਸਤਾਦ ਭੇਜਣਾ ਸੀ ਨਾ। ਬੇਸ਼ੱਕ 4 ਬੰਦਿਆਂ ਦੇ ਤੇ ਉਸਤਾਦ ਨਹੀਂ ਆ ਜਾਂਦਾ। ਬਿਲਕੁਲ। ਜੇ ਇਸ ਵਾਸਤੇ ਅੱਲਾ ਨੇ ਜਿਹੜੇ ਲੱਖਾਂ 'ਚ ਤਾਦਾਦ ਹੋ ਗਈ ਹੋਏਗੀ, ਉਸ ਵੇਲੇ ਕਿਹਨੂੰ ਭੇਜਿਆ? ਹਜ਼ਰਤ ਇਬਰਾਹੀਮ ਨੂੰ। ਇਸ ਵਾਸਤੇ ਬੇਟੇ ਅਸੀਂ ਕੀ ਕਹਿਲਾਉਂਦੇ ਆ? ਅਸੀਂ ਕੀ ਕਹਿਲਾਉਂਦੇ ਆ? ਮੁਸਲਮਾਨ ਖਾਸ ਤੌਰ 'ਤੇ ਜਿਹੜੇ ਕਿ ਅੱਲਾ ਨੂੰ ਮੰਨਦੇ ਨੇ। ਲੇਕਿਨ ਜਿਹੜਾ ਅੱਲਾ ਨੂੰ ਮੰਨਦਾ ਨਹੀਂ, ਉਹਦਾ ਵਾਸਤੇ ਨੂਹ ਹੋਵੇ, ਮੂਸਾ ਹੋਵੇ, ਈਸਾ ਹੋਵੇ, ਮੁਹੰਮਦ ਸੱਲੱਲਾਹੁ ਹੋਣ, ਉਹਦੇ ਵਾਸਤੇ ਕੋਈ ਗੱਲ ਨਹੀਂ। ਪਰ ਜਿਹੜੇ ਦੀਨ ਨੂੰ ਮੰਨਦੇ ਨੇ, ਕੀ ਕਹਿੰਦੇ ਆ? ਦੀਨ ਇਬਰਾਹੀਮੀ। ਠੀਕ ਹੈ ਕਿ ਨਹੀਂ? ਹੁਣ ਇਬਰਾਹੀਮ ਦੀ ਕੌਮ 'ਚੋਂ ਜਿਹੜਾ ਆਇਆ, ਪਹਿਲਾ ਚੌਧਰੀ ਕਿਹਨੂੰ ਬਣਾਇਆ ਅੱਲਾ ਨੇ? ਪਹਿਲਾਂ ਤੇ ਇਸਾਕ ਸੀ ਨਾ, ਹਜ਼ਰਤ ਇਬਰਾਹੀਮ ਦਾ ਪੁੱਤਰ ਸੀ। ਤੇ ਉਹ ਜਿਹੜਾ ਦੂਜਾ ਹਾਲਾਂਕਿ ਛੋਟਾ ਸੀ ਤੇ ਵੱਡਾ ਭਲਾ ਕੀ ਸੀ? ਇਸਮਾਈਲ, ਹਜ਼ਰਤ ਇਸਮਾਈਲ। ਉਹਨੂੰ ਕਿਹਨਾਂ ਬਣਾਇਆ ਚੌਧਰੀ? ਉਹ ਇਸ ਵਾਸਤੇ ਮੈਂ ਦੱਸਵਾਂ ਬੱਚਿਆਂ ਨੂੰ, ਕਾਕਾ ਗੱਲ ਇਹ ਸੀ ਕਿ ਜਿਹੜੀਆਂ ਕਨੀਜ਼ਾਂ ਸੀ ਉਸ ਜ਼ਮਾਨੇ 'ਚ, ਉਹ ਬੀਵੀ ਨਾਲੋਂ ਦੂਜੇ ਦਰਜੇ 'ਚ ਹੁੰਦੀਆਂ ਸੀ। ਤੇ ਹਜ਼ਰਤ ਇਸਾਕ ਚੋਂਕਿ ਹਜ਼ਰਤ ਸਾਰਾ ਜਿਹੜੀ, ਇਹ ਵੀ ਦੱਸਵਾਂ ਕਿ ਆਪਣੇ ਜ਼ਮਾਨੇ ਦੀ ਸਭ ਨਾਲੋਂ ਸੋਹਣੀ ਕੁੜੀ ਸੀ। ਤੇ ਉਹਦੇ ਨਾਲ ਹਜ਼ਰਤ ਜਿਲੇ ਆਪਣਾ ਹਜ਼ਰਤ ਇਬਰਾਹੀਮ ਦੀ ਸ਼ਾਦੀ ਹੋਈ, ਤੇ ਕਹਿਰ ਪੈ ਗਿਆ ਯਰੂਸ਼ਲਮ 'ਚ, ਤੇ ਇਹ ਗਏ ਉੱਥੇ ਮਿਸਰ। ਉੱਥੇ ਜਿਹੜੀਆਂ ਬੁੱਢੀਆਂ ਸਾਡੀਆਂ ਜਿਵੇਂ ਕਹਿੰਦੀਆਂ ਸਾਡੇ ਕੋਲੋਂ ਭਾਂਡੇ ਨਹੀਂ ਧੁਲਦੇ, ਉੱਥੇ ਜਿਹੜੀ ਇਹ ਬੀਬੀ ਸਾਰਾ ਨੇ ਵੀ ਹਜ਼ਰਤ ਇਬਰਾਹੀਮ ਨੂੰ ਕਿਹਾ ਹੋਣਾ ਕਿ ਮੇਰੇ ਤੋਂ ਭਾਂਡੇ ਨਹੀਂ ਧੁਲਦੇ, ਮੈਨੂੰ ਕੋਈ ਕੁੜੀ ਰੱਖ ਕੇ ਦੇ। ਤੇ ਉੱਥੇ ਜਿਹੜੀ ਮਿਸਰੀ ਕੁੜੀ ਸੀ ਸਾਰਾ ਬੀਬੀ, ਉਹ ਉਹਨਾਂ ਨੇ ਰੱਖ ਲਈ। ਤੇ ਇੱਦਾਂ ਉਹ ਘਰ ਆਬਾਦ ਹੋ ਗਿਆ ਦੁਬਾਰਾ, ਮੀਆਂ ਵੀ ਖੁਸ਼, ਬੀਵੀ ਵੀ ਖੁਸ਼। ਠੀਕ ਹੈ। ਤੇ ਇਹ ਗਏ 2 ਜਣੇ ਸੀ। ਠੀਕ ਹੈ। ਯਰੂਸ਼ਲਮ ਤੋਂ ਭੁੱਖੇ ਵਾਪਸ 3 ਜਣੇ ਆਏ। ਕੌਣ? ਇਬਰਾਹੀਮ ਤੇ ਉਹਦੀ ਬੀਵੀ ਹਜ਼ਰਤ ਸਾਰਾ, ਤੇ ਉਹਨਾਂ ਦੀ ਕਨੀਜ਼ ਬੀਬੀ ਹਾਜਰਾ। ਹੁਣ ਉੱਥੇ ਬੀਬੀ ਸਾਰਾ ਨੇ ਕਿਹਾ, ਮੈਂ ਬੁੱਢੀ ਹੋ ਗਈ ਹਾਂ ਇਬਰਾਹੀਮ, ਤੂੰ ਵੀ 75 ਸਾਲ ਦਾ ਹੋ ਗਿਆ, 90-95 ਸਾਲ ਦਾ ਹੋਣ ਲੱਗਾ। ਉਹ ਤੇਰੇ ਅੱਗੇ ਔਲਾਦ ਨਾ ਹੋਈ ਤੇ ਅੱਗੇ ਨਸਲ ਕਿੱਦਾਂ ਚੱਲੇਗੀ?
ਇਸ ਵਾਸਤੇ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਕਿ ਤੂੰ ਇਹ ਬੀਬੀ ਨਾ ਇਹ ਦੂਜੀ। ਉਹਦੇ 'ਚੋਂ ਕੌਣ ਪੈਦਾ ਹੋਇਆ? ਹਜ਼ਰਤ ਇਸਮਾਈਲ। ਅਤੇ ਹਜ਼ਰਤ ਇਸਮਾਈਲ अलैहिस्सलाम ਜਿਹੜੇ ਸੀ ਵੱਡੇ ਸੀ। ਫਿਰ ਹਜ਼ਰਤ ਇਸਹਾਕ ਵੀ ਦਿੱਤੇ ਅੱਲਾ ਨੇ, ਉਹ ਵੀ ਦਿੱਤੇ। ਅਤੇ ਲੇਕਿਨ ਜਿਹੜੀ ਨਬੀਆਂ ਦੀ ਲੜੀ ਚਲਾਈ, ਬੇਟੇ ਸੁਣ ਲਓ, ਤੁਹਾਡੇ ਅੱਬਿਆਂ ਨੂੰ ਵੀ ਨਹੀਂ ਪਤਾ ਜਿਹੜੀ ਮੈਂ ਗੱਲ ਕਹਿ ਰਿਹਾ, ਇਹ ਮੌਲਵੀਆਂ ਨੂੰ ਵੀ ਨਹੀਂ ਪਤਾ। ਮੈਂ ਹਾਫਿਜ਼ ਵੀ ਐਸੇ ਦੇਖੇ ਜਿਹਨਾਂ ਪੂਰਾ ਕੁਰਾਨ ਪਰ ਪੜ੍ਹਿਆ ਹੋਇਆ, ਉਹਨਾਂ ਨੂੰ ਨਹੀਂ ਪਤਾ ਕਿ ਇਬਰਾਹੀਮ ਦੇ ਪੁੱਤਰ ਕਿਹੜੇ ਸੀ। ਹਜ਼ਰਤ ਇਬਰਾਹੀਮ ਦੇ ਜਿਹੜੇ ਵੱਡੇ ਪੁੱਤਰ ਸੀ ਹਜ਼ਰਤ ਇਸਮਾਈਲ ਸੀ, ਅਤੇ ਛੋਟੇ ਜਿਹੜੇ ਸੀ ਹਜ਼ਰਤ ਇਸਹਾਕ ਸੀ। ਅਤੇ ਹਜ਼ਰਤ ਇਸਹਾਕ ਦੇ ਅੱਗੇ ਨਸਲ ਜਿਹੜੀ ਚੱਲੀ ਹਜ਼ਰਤ ਯਾਕੂਬ ਨਬੀ ਸੀ, ਅਤੇ ਹਜ਼ਰਤ ਯਾਕੂਬ ਨਬੀ ਦੇ 12 ਪੁੱਤਰ ਸੀ। ਉੱਥੋਂ ਬਣੀ ਇਸਰਾਈਲ ਦਾ ਠੱਪਾ ਲੱਗਾ। ਦੇਖੋ ਨਾ, ਤੁਹਾਡੇ ਉੱਪਰ ਕੋਈ ਠੱਪਾ ਲੱਗਦਾ ਨਾ ਕਿਸੇ ਚੀਜ਼ ਦਾ, ਮਾਡਰਨ ਇੱਕ ਕਿਸਮ ਦਾ ਜਿਹੜਾ ਤੁਸੀਂ ਕਿਸੇ ਬ੍ਰਾਂਡ ਬਣਿਆ ਬਣੀ ਇਸਰਾਈਲ ਦਾ, ਕਿਤੋਂ ਬਣਿਆ? ਹਜ਼ਰਤ ਇਸਹਾਕ ਦੇ ਬਾਅਦ ਜਿਹੜਾ ਆਇਆ ਹਜ਼ਰਤ ਯਾਕੂਬ, ਜਿਨ੍ਹਾਂ ਦੇ 12 ਬੇਟੇ ਸੀ। ਉਹਨਾਂ ਬੇਟਿਆਂ 'ਚੋਂ ਹਜ਼ਰਤ ਯੂਸਫ ਸੀ ਨਾ, ਜਿਹਨੂੰ ਉਹਨਾਂ ਦੇ ਭਰਾਵਾਂ ਨੇ ਖੂਹ ਛੁੱਟ ਦਿੱਤਾ ਸੀ। ਇਹ ਤੋਂ ਇਹ ਵੀ ਪਤਾ ਚੱਲਿਆ ਕਿ ਸਾਰੇ ਭਰਾ ਨਹੀਂ ਹੁੰਦੇ, ਭਰਾ ਹੀ ਧੱਕਾ ਦਿੰਦੇ ਖੂਹ 'ਚ ਵੀ। ਠੀਕ ਹੈ। ਉਹਦੇ ਬਾਅਦ ਬਿਨਯਾਮੀਨ ਤੇ ਹਜ਼ਰਤ ਯੂਸਫ ਇੱਕੋ ਮਾਂ 'ਚੋਂ ਸੀ। ਠੀਕ ਹੈ। ਉਹ ਬਣੀ ਇਸਰਾਈਲ ਜਿਹੜਾ ਹੈ ਉਹ ਟੱਬਰ, ਉਹਦੇ ਉੱਪਰ ਠੱਪਾ ਲੱਗ ਗਿਆ। ਕੀ? ਬਣੀ ਇਸਰਾਈਲ। ਠੀਕ ਹੈ। ਹੁਣ ਬਣੀ ਇਸਰਾਈਲ ਦੇ ਜਿਹੜਾ ਪਹਿਲਾ ਚੌਧਰੀ ਜਿਹਨੂੰ ਅਸੀਂ ਜਾਣਦੇ ਹਾਂ ਆਪਣੇ ਦੀਨ ਵਿੱਚ, ਉਹ ਕੀ ਸੀ? ਉਹ ਹਜ਼ਰਤ ਮੂਸਾ ਸੀ। ਹਜ਼ਰਤ ਮੂਸਾ ਦੇ ਬਾਅਦ ਉਹਨੇ ਕਿਹਾ ਨਹੀਂ ਬਈ, ਆ ਗੱਡੀ ਜਿਹੜੀ ਜਾ ਰਹੀ ਹੈ ਜੰਨਤ 'ਚ ਲਿਆਉਣੀ ਹੈ, ਡਰਾਈਵਰ ਕੌਣ ਹੈ? ਮੂਸਾ ਜੇ। ਉਹਨੂੰ ਹਟਾਤਾ। ਉਹਦੇ ਬਾਅਦ ਕਿਹਾ ਨਹੀਂ ਬਈ, ਇਹਦੇ ਚਾਚੇ ਤਾਂ ਖਾਲਾ ਦਾ ਪੁੱਤ ਜਿਹੜਾ, ਉਹਨੂੰ ਲਿਆਓ, ਈਸਾ, ਉਹਨੂੰ ਬਿਠਾਤਾ। ਹੁਣ ਈਸਾ ਵੀ ਕਿੱਥੋਂ ਆ? ਬਣੀ ਇਸਰਾਈਲ 'ਚੋਂ ਆ। ਠੀਕ ਹੈ। ਮੂਸਾ ਵੀ ਬਣੀ ਇਸਰਾਈਲ 'ਚੋਂ ਆ। ਉਹਦੇ ਬਾਅਦ ਪਠਾਨ ਜਿਹੜੇ ਨੇ, ਜਿਹੜੇ ਇਹ ਇਮਰਾਨ ਖਾਨ ਟਾਈਪ ਦੇ ਪਠਾਨ ਨੇ, ਅਚਕ ਜ਼ਾਹਿਰ ਟਾਈਪ ਦੇ ਪਠਾਨ ਨੇ, ਇਹ ਫਜ਼ਲੁਰ ਰਹਿਮਾਨ ਟਾਈਪ ਦੇ ਪਠਾਨ ਨੇ, ਇਹ ਜਿਹੜਾ ਸੁੰਨੀ ਇਤਿਹਾਦ ਟਾਈਪ ਦੇ ਪਠਾਨ ਨੇ, ਜਿਹੜਾ ਵਹਾਦਤੁਲ ਮੁਸਲਮੀਨ ਟਾਈਪ ਦੇ ਪਠਾਨ ਨੇ, ਇਹ ਕਹਿੰਦੇ ਨੇ ਨਾ 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 ਨਾ, ਮੂਸਾ ਤੇ ਈਸਾ ਨਹੀਂ, ਅਸੀਂ ਵੀ ਬਣੀ ਇਸਰਾਈਲ 'ਚੋਂ ਹੈ। ਠੀਕ ਹੈ। ਹੁਣ ਤੈਨੂੰ ਪਤਾ ਇਹ ਚੌਧਰੀਆਂ ਦਾ ਟੱਬਰ ਹੋਵੇ ਅਤੇ ਨਾਲ ਕਮੀਆਂ ਦਾ ਹੋਵੇ, ਅਤੇ ਚੌਧਰੀਆਂ ਦੀਆਂ ਗੱਡੀਆਂ ਲੱਭ ਪਈਆਂ ਹੋਣ, ਅਤੇ ਕਦੀ ਚੌਧਰੀਆਂ ਦੇ ਮੁੰਡੇ ਕਮੀਆਂ ਦੇ ਡੱਬੇ 'ਚ ਬਹਿੰਦੇ ਨੇ? ਬਿਲਕੁਲ ਨਹੀਂ। ਅਤੇ ਉਹਨਾਂ ਨੇ ਕਿਹਾ, ਹੁਣ ਤਾਂ ਕਹਿੰਦੇ ਨੇ ਨਾ 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 ਨਾ, ਅਸੀਂ ਚੌਧਰੀ ਹਾਂ, ਅਸੀਂ ਬਣੀ ਇਸਰਾਈਲ ਦੇ ਡੱਬੇ 'ਚ ਬਹਿਣਾ ਜੇ। ਅਤੇ ਉਹਨਾਂ ਨੇ, ਲੇਕਿਨ ਅੱਲਾ ਨੇ ਉਹਨੂੰ, ਮੈਂ ਇਹ ਤਾਂ ਨਹੀਂ ਕਹਿ ਸਕਦਾ ਬਈ ਤੂੰ ਕਿਉਂ ਬਣੀ ਇਸਰਾਈਲ ਤੋਂ ਨਾਰਾਜ਼ ਹੋਇਆ, ਜਾਂ ਕਿਉਂ ਤੂੰ ਅੱਗਿਓਂ ਵੀ ਲੜੀ ਚੱਲਦੀ ਰਹਿੰਦੀ ਬਣੀ ਇਸਰਾਈਲ ਤੋਂ, ਅਤੇ ਮੈਂ ਕੀ ਕੁਛ ਅੱਲਾ ਦਾ ਕੁਛ ਕਰ ਸਕਦਾ ਸੀ? ਮੈਂ ਕੁਛ ਨਹੀਂ ਨਾ ਕਰ ਸਕਦੇ। ਹੁਣ ਮੈਨੂੰ ਤੇਰੇ ਅੱਗੇ ਬਿਠਾਤਾ ਅੱਲਾ ਨੇ, ਤੇ ਮੈਂ ਕੁਛ ਕਰ ਸਕਦਾ ਤੇਰਾ? ਤੁਸੀਂ ਕਰ ਰਹੇ ਹੋ, ਕੁਛ ਨਹੀਂ ਨਾ ਕਰ ਸਕਦਾ, ਮੈਂ ਕੁਛ ਵੀ ਨਹੀਂ ਕਰ ਸਕਦਾ ਨਾ। ਹੁਣ ਅਗਰ ਬਣੀ ਇਸਰਾਈਲ ਨੂੰ, ਮੇਰੀ ਗੱਲ ਸਮਝੋ, ਹੁਣ ਬਣੀ ਇਸਰਾਈਲ ਤੇ ਕਾਟਾ ਮਾਰ ਦਿੱਤਾ ਅੱਲਾ ਨੇ। ਠੀਕ ਹੈ। ਕਾਟਾ ਹੈ ਕਿ ਨਹੀਂ, ਇਹ ਨਹੀਂ, ਇਹ ਫਿੱਟ ਨਹੀਂ ਹੈਗੇ। मूसा भी फिट नहीं, ईसा भी फिट नहीं, और पूरा टब्बर ही कराना ही बनी इस्राइल दा सलाम अलैकुम। ठीक है। ਉਹਦੇ ਬਾਅਦ ਉਹਨੇ ਕਿਹਾ ਬਈ ਉਹ ਜਿਹੜਾ ਮੁੰਡਾ ਦੂਜਾ ਸੀ ਛੋਟੇ ਦਾ ਬਨੀ ਇਸਮਾਈਲ ਦਾ, ਕੋਈ ਉਹਨਾਂ ਦੇ ਚੋਂ ਬਾਕੀ ਹੈ? ਉਹਨਾਂ ਨੇ ਕਿਹਾ ਹਾਂ। ਕੌਣ ਹੈ? ਉਹਨਾਂ ਨੇ ਕਿਹਾ ਹਜ਼ੂਰ ਦਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਨੂਰ ਹੈ। ਤੇ ਅੱਲਾ ਨੇ ਕੀ ਕੀਤਾ? ਉਹਨਾਂ ਨੇ ਕਿਹਾ ਬਈ ਹੁਣ ਇਹਨਾਂ ਨੂੰ ਦਿਓ, ਜ਼ਰਾ ਚੌਧਰੀ ਬਣਾ ਦਿਓ। ਅੱਲਾ ਨੇ ਸਰਵਰੇ ਕਾਇਨਾਤ ਨੂੰ ਖਾਤਮੁਲ ਨਬੀਨ ਬਣਾ ਕੇ ਚੌਧਰੀ ਬਣਾਤਾ। ਕਿਆ ਮੇਰਾ ਕੀ ਕਸੂਰ ਹੈ? ਹੁਣ ਮੇਰੇ ਤੇ ਕਿਉਂ ਤੁਸੀਂ ਕੁੱਟਦੇ, ਮੈਨੂੰ ਕਿਉਂ ਕੁੱਟਦੇ ਹੋ? ਠੀਕ ਹੈ ਜੀ। ਹਾਂ, ਮੈਂ ਤਾਂ ਨਹੀਂ ਬਣਾਇਆ। ਹੁਣ ਅੱਲਾ ਨੇ ਅਗਰ ਨਬੀ ਨੂੰ ਚੌਧਰੀ ਬਣਾਤਾ ਸਰਵਰੇ ਕਾਇਨਾਤ ਨੂੰ, ਤੇ ਜਿਹੜਾ ਇਹਦੇ ਡੱਬੇ 'ਚ ਬੈਠੇਗਾ ਉਹੀ ਅੱਲਾ ਦੇ ਕੋਲ ਜਾਏਗਾ ਨਾ। ਇਹ ਡੱਬਾ ਹੀ ਟ੍ਰੇਨ ਜਿਹੜੀ ਸਰਵਿਸ ਹੈ ਅੱਲਾ ਨੇ ਅਫਜ਼ਲ ਹੋ ਗਈ। ਹੁਣ ਤੂੰ ਅਗਰ ਹੋਵੇਂ ਕਿ ਤੂੰ ਕਹੇ ਨਹੀਂ ਮੈਂ ਤੇ ਬਣੀ ਇਸਰਾਈਲ ਦਾ ਤਾਲੁਕ, ਮੈਂ ਅਫਜ਼ਲ ਹਾਂ, ਫਿਰ ਤੈਨੂੰ ਛਿੱਤਰ ਨਹੀਂ ਪੈਣੇ ਚਾਹੀਦੇ? ਸਹੀ ਗੱਲ, ਪੈਣੇ ਚਾਹੀਦੇ ਨੇ। ਤੂੰ ਤੇ ਫਿਰ ਉਸ ਡੱਬੇ ਦਾ ਮੁਸਾਫਿਰ ਹੀ ਨਹੀਂ ਹੈਗਾ। ਮੈਂ ਫਿਰ ਤੁਸੀਂ 1100 ਸਾਲ ਤੋਂ ਧਰਾਓ ਕਰੋ, ਆਪਣੇ ਆਪ ਨੂੰ ਪੇਂਟ ਕਰੋ ਕਿ ਅਸੀਂ ਮੁਹੰਮਦ ਨੂੰ ਮੰਨਦੇ ਹਾਂ, ਲੇਕਿਨ ਅਸੀਂ ਮੁਹੰਮਦ ਨੂੰ ਦੂਜੇ ਨੰਬਰ 'ਤੇ ਮੰਨਦੇ ਹਾਂ। ਪਹਿਲਾਂ ਅਸੀਂ ਕਿਹਨੂੰ ਮੰਨਦੇ ਹਾਂ? ਬਨੀ ਇਸਰਾਈਲ ਨੂੰ। ਹਾਲਾਂਕਿ ਅਗਰ ਅੱਲਾ ਨੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਬਨੀ ਇਸਰਾਈਲ 'ਚ ਪੈਦਾ ਕਰਨਾ ਸੀ ਤਾਂ ਕੋਈ ਰੋਕ ਸਕਦਾ ਸੀ? ਸਹੀ ਗੱਲ। ਉਸੀ ਲੜੀ 'ਚੋਂ ਪੈਦਾ ਹੋ ਜਾਂਦੇ। ਇਸ ਗੱਲ ਮੇਰੀ ਸਮਝਣ ਵਾਲੀ ਇਹ ਮੌਲਵੀ ਹੋ, ਉਹ ਮੌਲਾਨਾ ਹੋ, ਉਹ ਠੀਪੇ ਵਾਲੇ ਹੋ, ਉਹ ਦਾੜੀਆਂ ਵਾਲੇ ਹੋ, ਤੁਸੀਂ ਵੀ ਸੁਣ ਲਓ ਕਿ ਅੱਲਾ ਦੇ ਨਬੀ ਜਿਹੜੇ ਖਾਤਮੁਲ ਨਬੀਨ ਨੇ ਉਹ ਬਨੀ ਇਸਮਾਈਲ ਦਾ ਹਿੱਸਾ ਨਹੀਂ ਨੇ।
ਉਹਨਾਂ ਤੋਂ ਅੱਲਾ ਨੇ ਜਿਹੜੀ ਹੈ ਉਹਨਾਂ ਦੇ ਜੱਦੇ ਅਮਜਦ ਤੋਂ ਹਜ਼ਰਤ ਇਸਮਾਈਲ ਤੋਂ ਕੀ ਛਾਪਾ ਲਾਇਆ, ਬ੍ਰਾਂਡ ਕੀ ਬਣਾਤਾ, ਬਨੀ ਇਸਮਾਈਲ ਜੀ। ਤੂੰ ਬੇਟੇ ਮੈਨੂੰ ਦੱਸ, ਤੂੰ ਟੋਪੀ ਪਾਈ ਹੋਵੇ ਇੱਕ ਬ੍ਰਾਂਡ ਦੀ ਤੇ ਟੀਮ ਜਿਹੜਾ ਹੈ ਤੂੰ ਬਣਾਈ ਹੋਵੇ ਬਨੀ ਇਸਰਾਈਲ ਦੀ, ਹੁਣ ਅੱਲਾ ਦੀ ਟੀਮ ਜਿਹੜੀ ਬਣ ਗਈ ਹੈ ਬਨੀ ਇਸਮਾਈਲ, ਠੀਕ ਹੈ ਤੇਰੀ ਅਗਰ ਨੀਲਾ ਰੰਗ ਸੀ ਤੇ ਇਹਦਾ ਰੰਗ ਹੋ ਗਿਆ ਹਰਾ, ਮੈਂ ਟੋਪੀ ਬਦਲ ਹੈ ਇਹ ਜਿਹੜਾ ਜੇ ਇਹ ਹੁਣ ਟੋਪੀ ਜੇ ਬਦਲ ਰਹੀ ਹੈ, ਜੇ ਤੂੰ ਟੋਪੀ ਨਾ ਬਦਲੇ, ਤੂੰ ਜਰਸੀ ਨਾ ਬਦਲੇ ਤੇ ਤੂੰ ਕਵੇਂ ਕਿ ਮੈਂ ਇਸ ਟੀਮ ਦਾ ਕਪਤਾਨ ਹੈ ਤੇ ਫਿਰ ਤੇਰੇ ਤੋਂ ਵੱਡਾ ਹਰਾਮਦਾ ਤੇ ਕੋਈ ਨਹੀਂ ਹੋ ਸਕਦਾ। ਠੀਕ ਗੱਲ ਹੈ, ਨਹੀਂ ਮੈਂ ਟੋਪੀ ਬਦਲੀ ਹੈ, ਲੇਕਿਨ ਨਹੀਂ ਹੁਣ ਤੂੰ ਹਲਾਲ ਦਾ ਹੋ ਗਿਆ, ਮੈਂ ਬਦਲ ਲਈ ਟੋਪੀ ਹੈ। ਠੀਕ, ਮੈਂ ਤੈਨੂੰ ਹੁਣ ਸਮਝ ਆਈ ਕਿ ਨਹੀਂ, ਪਰ ਜੇ ਮੈਂ ਗਲਤ ਹਾਂ ਤਾਂ ਮੈਂ ਇੰਨੀ ਹਿੰਮਤ ਪੈਦਾ ਕਰ ਕੇ ਮੈਂ ਗਲਤ ਹੈਗਾ ਜਿਹੜਾ ਹੈਗਾ ਜਿਹੜੀ ਗੱਲ ਠੀਕ ਹੈ। ਮੈਂ ਕਿਹਾ ਕਿ ਜਦ ਦੇਖੋ ਨਾ ਤੂੰ ਇੱਕ ਨੀਲੀ ਟੀਮ ਦੀ ਟੋਪੀ ਪਾਈ ਹੈ, ਨੀਲੀ ਟੀਮ ਦੀ ਜਰਸੀ ਪਾਈ ਹੈ, ਹੁਣ ਤੂੰ ਅਗਰ ਬਨੀ ਇਸਮਾਈਲ ਦੀ ਜਿਹੜਾ ਰੰਗ ਹੈ ਹਰਾ ਜੇ, ਅਗਰ ਤੂੰ ਉਹਦੀ ਜਰਸੀ ਵੀ ਨਾ ਪਾਵੇਂ, ਉਹਦੀ ਟੋਪੀ ਵੀ ਨਾ ਪਾਵੇਂ ਤੇ ਕਵੇਂ ਕਿ ਮੈਂ ਮੁਹੰਮਦ ਦੇ ਦੀਨ ਦਾ ਚੌਧਰੀ ਹਾਂ, ਇਹ ਕੋਈ ਮੰਨਣ ਵਾਲੀ ਗੱਲ ਹੈ? ਮੰਨ ਕੇ ਤੁਹਾਡੀ ਗੱਲ ਠੀਕ ਹੋ ਗਿਆ, ਫਿਰ ਉਹ ਹੈ ਬਿਲਕੁਲ ਠੀਕ ਹੈ, ਠੀਕ ਹੈ, ਫਿਰ ਫਰਾਡ ਨਹੀਂ ਹੈ, ਬਿਲਕੁਲ ਬਿਲਕੁਲ। ਤੇ ਇਹ ਜਿਹੜੇ ਕਹਿੰਦੇ ਨੇ ਅੱਜ ਵੀ, ਜਿਹੜੇ ਕਹਿੰਦੇ ਨਾ ਕਿ ਅਸੀਂ ਬਨੀ ਇਸਰਾਈਲ ਦੇ ਪਹਿਲਾਂ ਦੇ ਪਠਾਨ ਤੇ ਬਾਅਦ ਚ ਮੁਹੰਮਦ ਦੇ ਗੁਲਾਮ ਹੈ, ਉਹ ਫਰਾਡੀਏ ਨੇ, ਕਿਉਂਕਿ ਗੱਲ ਫਰਾਡੀਏ ਨੇ, ਸਹੀ ਗੱਲ ਹੈ। ਲੇਕਿਨ 1100 ਸਾਲ ਤੇ ਇਸ ਤਰ੍ਹਾਂ ਦੇ ਪਠਾਨ ਜਿਹੜੇ ਇੱਥੇ ਆਏ, ਜਿਹੜੇ ਇਸ ਤਰ੍ਹਾਂ ਦੇ ਆਏ, ਜਿਹੜੇ ਮੇਰੇ ਆਪਣਾ ਹਜ਼ਰਤ ਜ਼ਾਲਗੰਜ ਬਖਸ਼ ਦੇ ਆਏ, ਮੁਹੀਉਦੀਨ ਚਿਸ਼ਤੀ ਆਏ, ਨਿਜ਼ਾਮੁਦੀਨ ਔਲੀਆ ਆਏ, ਜਿਹੜੇ ਪਹਿਲਾਂ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਨੇ, ਉਹ ਕੁਰਬਾਨ ਤੇ ਸਰਵਰੇ ਕਾਇਨਾਤ ਤੋਂ ਅਸੀਂ ਉਹਨਾਂ ਨੂੰ ਸਲਾਮ ਕੀਤਾ, ਅਸੀਂ ਉਹਨਾਂ ਦੇ ਕਹਿਣ ਤੇ ਅਸੀਂ ਮੁਸਲਮਾਨ ਬਣੇ। ਬਿਲਕੁਲ ਠੀਕ ਹੈ, ਲੇਕਿਨ ਸਾਨੂੰ ਮੁਸਲਮਾਨ ਉਹਨਾਂ ਨੇ ਪਠਾਨਾਂ ਨੇ ਕੀਤਾ, ਸਾਡਾ ਮੌਲਵੀ ਪਠਾਨ, ਮੁਅੱਜ਼ਨ ਪਠਾਨ, ਪੀਰ ਪਠਾਨ ਹੈ, ਅਸੀਂ ਜੇ ਉਹਨਾਂ ਪਠਾਨਾਂ ਨੂੰ ਮੰਨਦੇ ਹਾਂ ਤੇ ਜਿਹੜੇ ਹਮਦੇ ਕਹਿਣ ਕਿ ਅਸੀਂ ਬਨੀ ਇਸਰਾਈਲ ਦਾ ਹਿੱਸਾ ਜੇ, ਉਹਨੂੰ ਮੈਂ ਮਨਾ ਕਿੱਦਾਂ? ਪਹਿਲਾਂ ਤਾਂ ਬੇਟੇ ਐਸ ਤੁਸੀਂ ਗੱਲ ਸੁਣ ਲਓ, ਤੁਸੀਂ ਮੈਨੂੰ ਦੱਸੋ ਕਿ ਕਿਆ ਸਾਨੂੰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਅਗਰ ਮੈਂ ਕਹਿੰਦਾ ਜੇ ਬਨੀ ਇਸਮਾਈਲ ਦੀ ਲੜੀ ਚੋਂ ਨੇ, ਇਹ ਬਨੀ ਇਸਮਾਈਲ ਦੇ ਟੱਬਰ ਚੋਂ ਹੈ, ਇਹਨਾਂ ਦੇ ਉਹ ਬ੍ਰਾਂਡ ਹੈ, ਤੇ ਕੀ ਮੈਂ ਗਲਤ ਕਹਿ ਰਿਹਾ? ਨਹੀਂ ਜੀ। ਅੱਛਾ ਸਾਹਿਬ, ਹੁਣ ਇੱਕ ਤੇ ਗੱਲ ਇਹ ਹੋ ਗਈ, ਦੂਜੀ ਗੱਲ ਬੇਟੇ ਮੈਂ ਕਨਕਲੂਡ ਕਰ ਰਿਹਾ, ਸਾਡੀ ਆਪਣੇ ਜਿਹੜੇ ਪਠਾਨ ਭਰਾ ਨੇ, ਦੇਖੋ ਗੱਲ ਸੁਣੋ, ਇਨਸਾਨੀ ਜਿਹੜੀ ਹੈ ਸਭ ਨਾਲੋਂ ਪਹਿਲਾਂ ਲਾਅ ਆਫ ਨੇਚਰ ਹੈ ਕਿ ਜਿਹੜੀ ਇਨਸਾਨੀਅਤ ਹੈ ਉਹ ਸਾਰੇ ਮਜ਼ਹਬਾਂ 'ਤੇ ਹਾਵੀ ਹੈ। ਠੀਕ ਹੈ, ਪਹਿਲਾਂ ਇਨਸਾਨ ਹੋ ਤੁਸੀਂ, ਅਗਰ ਤੂੰ ਬੰਦੇ ਦਾ ਪੁੱਤਰ ਨਹੀਂ ਤਾਂ ਅਗਰ ਤੂੰ ਬਾਂਦਰ ਬੈਠਾ ਹੋਵੇ, ਹੈ ਵੈਸੇ ਤੂੰ ਬਾਂਦਰ, ਲੇਕਿਨ ਤੇ ਇੱਥੇ ਐਕਚੁਅਲੀ ਵੀ ਇੱਕ ਬਾਂਦਰੀ ਜਾਂ ਬਾਂਦਰ ਬੈਠਾ ਹੋਵੇ ਤੇ ਉਹਨੂੰ ਮੈਂ ਬੰਦੇ ਦਾ ਪੁੱਤਰ ਤਾਂ ਨਹੀਂ ਕਹਾਂਗਾ ਨਾ। ਹੁਣ ਤੂੰ ਨਜ਼ਰ ਤੇ ਨਹੀਂ ਆਉਂਦਾ ਪਰ ਹੈ ਸਹੀ ਬੰਦੇ ਦਾ ਪੁੱਤਰ ਹੈ। ਗੱਲ ਅੱਗੇ ਵੱਧ ਜਾਣੀ ਹੈ, ਟਾਈਮ ਘੱਟ ਹੈ, ਫਿਰ ਖਾਲਿਦ ਬਿਨ ਵਲੀਦ ਦਾ ਜ਼ਿਕਰ ਹੋਣਾ, ਹਜ਼ਰਤ ਖਾਲਿਦ ਬਿਨ ਵਲੀਦ ਦਾ, ਤੇ ਫਿਰ ਉਹਨਾਂ ਨੇ ਫਿਰ ਉਹ ਪਠਾਨ ਵਾਲੀ ਗੱਲ ਆ ਜਾਣੀ ਹੈ। ਦੇਖੋ ਪਠਾਨ ਵਾਲੀ ਗੱਲ ਜਿਹੜੀ ਆ, ਮੇਰੇ ਗੱਲ ਸੁਣੋ, ਜਿਹੜੀ ਗੱਲ ਸੁਣੋ ਗੱਲ, ਨਾ ਭਾਈ ਮੈਂ ਮੌਲਵੀ ਨਾ ਮੌਲਾਨਾ, ਜਿਹੜੇ ਪਠਾਨ ਕਹਿੰਦੇ ਨਾ ਕਿ ਸਾਡਾ ਜਿਹੜਾ ਬੜਾ ਜਿਹਦੀ ਕਬਰ ਕੋਹੇ ਸੁਲੇਮਾਨ ਤੇ ਹੈ, ਹਾਂਜੀ, ਅਸੀਂ ਉਹ ਖਾਲਿਦ ਬਿਨ ਵਲੀਦ ਨੂੰ ਮਿਲਿਆ ਸੀ, ਭਾਈ ਮਿਲਿਆ ਹੋਏਗਾ ਨਾ, ਮੈਂ ਹਿਸਟੋਰੀਅਨ ਨੇ ਇਸਲਾਮ ਦੀ ਤਾਰੀਖ ਦੇ ਵਿੱਚ ਕਿ ਇਹਦੀ ਕੋਈ ਐਵੀਡੈਂਸ ਕੋਈ ਨਹੀਂ ਹੈਗੀ ਨਾ, ਉਹ ਮੰਨਦੇ ਨੇ ਨਾ, ਉਹ ਤਾਂ ਕਹਿੰਦੇ ਨੇ ਕਿ ਫਤਹ ਮੱਕਾ ਕੀਤੀ ਅਸੀਂ। ਫਿਰ ਗੱਲ ਸੁਣ, ਤੂੰ ਹੁਣ ਮੰਨ ਜਾਵੇਂ, ਤੂੰ ਅਗਰ ਮੰਨ ਜਾਵੇਂ ਕਵੇਂ ਕਿ ਮੈਂ ਰਾਤੀ ਜਿਹੜਾ ਜੇ ਮੈਂ 15ਵੇਂ ਅਸਮਾਨ ਤੋਂ ਹੋ ਕੇ ਆਇਆ ਤਾਂ ਫਿਰ ਮੈਂ ਤੇਰੀ ਕੋਈ ਲੱਤ ਤੋੜ ਨਹੀਂ ਸਕਦਾ। ਤੂੰ ਕਹਿ ਰਹੇ ਹੋ ਤਾਂ ਫਿਰ ਗੱਲ ਹੋਊਗੀ, ਠੀਕ ਹੈ। ਮੈਂ ਤਾਂ ਮੰਨਦਾ ਸਰਵਰੇ ਕਾਇਨਾਤ ਦੇ ਇਸਲਾਮ ਨੂੰ, ਅਗਰ ਇਹ ਬਨੀ ਇਸਰਾਈਲ ਦੇ ਇਸਲਾਮ ਨੂੰ ਮੰਨਦੇ ਨੇ ਤੇ ਨਾਲੇ ਕਲੇਮ ਕਰਦੇ ਨੇ ਕਿ ਫਤਹ ਮੱਕਾ ਸੀ ਕੀਤੀ, ਉਹ ਫਤਹ ਮੱਕਾ ਸੀ ਕੀਤੀ, ਔਰ ਅਸੀਂ ਚੌਧਰੀ ਹਾਂ ਦੀਨ ਇਸਲਾਮ ਦੇ। ਠੀਕ, ਹੁਣ ਚੌਧਰੀ ਦੀ ਗੱਲ ਹੋਈ ਹੈ ਨਾ, ਤੇ ਕਨਕਲੂਜਨ ਦੇ ਵੱਲ ਜਾਂਦੇ ਆ ਤੇ ਵਾਪਸ ਆਪਣੇ ਟੌਪਿਕ ਤੇ ਆਉਂਦੇ ਆ ਤੇ ਪ੍ਰੋਗਰਾਮ ਨੂੰ ਖਤਮ ਕਰਨੇ ਆ ਕਿ ਫਿਰ ਮਿਰਾਜ ਸ਼ਰੀਫ ਦਾ ਵਾਕਿਆ ਵੀ ਹੋਇਆ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਏ ਹਾਏ ਫੀਲਡ ਮਾਰਸ਼ਲ ਕਿੱਦਾਂ ਬਣਾਇਆ, ਕਿੱਥੋਂ ਲੈ ਕੇ ਗਏ। ਦੇਖੋ ਗੱਲ ਸੁਣੋ, ਹੁਣ ਦੇਖੋ ਨਾ, ਇਹ ਜਿਹੜੇ ਕਹਿੰਦੇ ਸੀ ਨਾ ਜਿੱਦਾਂ ਮੈਂ ਬੇਟੇ, ਹੁਣ ਪਹਿਲਾਂ ਇੱਕ ਹੋਰ ਗੱਲ ਸੁਣ ਲਓ, ਮੇਰੇ ਚਾਹੇ ਜਿਹੜੇ ਫੌਜੀ ਭਰਾ ਨੇ ਬੜੇ ਚਿੜਦੇ ਰਹਿਣ ਪਏ, ਹੁਣ ਕੀ ਕਰੀਏ। 71 ਦੀ ਜੰਗ ਸਾਨੂੰ ਕਿੱਥੇ ਪਤਾ ਲੱਗਾ, ਅਸੀਂ ਨੇਵੀ 'ਚ ਕਰਾਚੀ ਸੀ, ਸਾਨੂੰ ਰੇਡੀਓ ਪਾਕਿਸਤਾਨ ਤੋਂ ਪਤਾ ਲੱਗਾ ਕਿ ਜੰਗ ਹੋ ਗਈ। ਹੁਣ ਤੂੰ ਦੇਖ ਕਿ ਨੇਵੀ ਦੇ ਚੀਫ ਨੂੰ ਵੀ ਕਿਸੇ ਨੇ ਨਹੀਂ ਦੱਸਿਆ, ਆਰਮੀ ਵਾਲਿਆਂ ਨੇ, ਕਿ ਜੰਗ ਸ਼ੁਰੂ ਕਰ ਲਈ ਹੈ। ਠੀਕ ਹੈ, 71 'ਚ ਦੱਸਿਆ ਹੀ ਨਹੀਂ ਤੁਹਾਨੂੰ। ਸਰ ਮੈਂ ਤੇਰੇ ਕੋਲ ਜਿਹੜਾ ਮੈਂ ਇੱਕ ਲਫ਼ਜ਼ ਹੈ ਨਾ, ਮੈਂ ਉਹਦਾ ਜ਼ਿੰਮੇਵਾਰ ਹਾਂ ਬੇਟੇ। ਮੈਂ ਕੋਈ ਇਸ ਤਰ੍ਹਾਂ ਐਸੇ ਗੋਲਗੱਪੇ ਨਹੀਂ ਲਾਇਆ ਕਿ ਅਗਲੀ ਦਫਾ ਰੇਹੜੀ ਨਹੀਂ ਲੱਭਣੀ ਇਹਦੀ, ਸਮਝੇ। ਮੈਂ ਤੁਹਾਨੂੰ 71 ਦੀ ਜੰਗ 'ਚ ਸਾਨੂੰ ਰੇਡੀਓ ਤੋਂ ਪਤਾ ਲੱਗਾ ਸੀ, ਸਮਝੇ। ਅਭੀ ਅਯੂਬ ਖਾਨ ਫੀਲਡ मार्शल तकरीर फरमाएंगे,
ਉਹ ਖੁਦਾ ਦੀ ਕਸਮ और ਅਸੀਂ नारे मारते थे यूं फलाएगा आज बुज़दिल दुश्मन ने लाहौर में हम पर हमला कर दिया है उसको नहीं मालूम कि इसने किस कौम को ललकारा है। क्यों कौम किहड़ी सी ये कौम की सी वो ये नमूने किहड़े सी जिहड़े जलंधरों उठ के आए। पाकिस्तान का मतलब क्या यानी टू नेशन किहड़ी नेशन एक हिंदू नेशन एक मुसलमान नेशन। असी मुसलमान नेशन का झंडा लैके आए सी ते मुसलमान नेशन का झंडे का रंग हरा जे ठीक है सिर्फ चिट्टे रंग नेवी च डंडा चाड़िया होया जे ठीक है असल तो वह रंग हरा ही है ना ते तली वो इस वास्ते ਉਹਦੇ ਬਾਅਦ ਪੁੱਟੋ ਨੇ ਟੇਕ ਓਵਰ ਕੀਤਾ। ਉਹ ਗੱਲ ਇਹ ਹੈ ਕਿ ਜਿੱਲੇ ਇਹ ਗੱਲ ਹੋਈ ਤੇ ਪੁੱਟੋ ਨੇ ਆ ਕੇ ਕਿਹਾ ਓਏ ਇਹ ਤੁਸੀਂ ਨਲਾਇਕ ਹੋ ਇਹ ਸਾਡੀਆਂ ਤਿੰਨੋਂ ਜਿਹੜੀਆਂ ਫੌਜਾਂ ਨੇ ਨਾ ਆਰਮੀ ਮੇ ਸਾਡਾ ਫੌਜ ਜਿਹੜਾ 에ਅਰ ਫੋਰਸ ਦਾ ਹੈੱਡਕੁਆਟਰ ਸੀ ਪਿਸ਼ਾਵਰ ਔਰ ਪਿੰਡੀ ਸੀ ਆਰਮੀ ਔਰ ਕਰਾਚੀ ਸੀ ਉੱਥੇ ਨੇਵੀ ਦਾ। ਉਹਨੇ ਕਿਹਾ ਨਾ ਕੋਆਰਡੀਨੇਸ਼ਨ ਨਹੀਂ ਹੋਈ ਸਹੀ। ਉਹਨੇ ਇੱਕ ਨਵਾਂ ਉਹਦਾ ਬਣਾਇਆ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ ਕਿ ਇੱਕ ਬੰਦਾ ਕਮ ਤੋਂ ਕਮ ਕੋਆਰਡੀਨੇਸ਼ਨ ਕਰੇ ਕਮ ਤੋਂ ਕਮ ਇਹ ਤੇ ਦੱਸ ਸਕੇ ਕਿ ਸਾਡੀ ਜੰਗ ਹੋ ਗਈ ਹੈ। ਜੁਆਇੰਟ ਚੀਫ ਆਫ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ ਜੁਆਇੰਟ ਚੀਫ ਆਫ ਸਟਾਫ ਆਰਮੀ ਚੀਫ ਆਫ ਸਟਾਫ ਨੇਵੀ ਚੀਫ ਆਫ ਸਟਾਫ 에ਅਰ ਫੋਰਸ ਜੁਆਇੰਟ ਚੀਫ ਦਾ ਜਿਹੜਾ ਚੇਅਰਮੈਨ ਹੈ ਹਾਂਜੀ ਉਹਦੀ ਚੌਧਰੀ ਕੌਣ ਬਣੇਗਾ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ। ਉਹਦਾ ਜਿਹੜਾ ਸੀ ਇਹਨੇ ਉਹਨੂੰ ਲਿਖਾਈ ਵਾਸਤੇ ਇੱਕ ਜਨਰਲ ਸੀ ਨਾਮ ਮੈਂ ਭੁੱਲ ਗਿਆ ਜਨਰਲ ਸ਼ਰੀਫ ਸੀ ਜਾਂ ਜਨਰਲ ਕੌਣ ਸੀ ਉਹਨਾਂ ਨੂੰ ਕਿਹਾ ਤੁਸੀਂ ਬਈ ਕਿਤਾਬ ਬਣਾਓ ਇਹਦੇ ਰੂਲਸ ਰੈਗੂਲੇਸ਼ਨ ਬਣਾਓ। ਉਹਨਾਂ ਨੇ ਬਣਾਈ। ਹੁਣ ਜਿਹੜਾ ਬੰਦਾ ਜਰਨੈਲ ਆਰਮੀ ਦਾ ਉਹ ਰੂਲਸ ਰੈਗੂਲੇਸ਼ਨ ਜਿਹਨੇ ਕਿਤਾਬ ਬਣਾਈ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਦੀ ਏਡੀ ਮੋਟੀ ਕਿਤਾਬ ਬਣਾਈ ਉਹਦੇ ਦਿਲ 'ਚ ਇਹ ਸੀ ਕਿ ਯਾਰ ਮੈਂ ਤਾਂ ਚੀਫ ਆਫ ਆਰਮੀ ਸਟਾਫ ਬਣਨਾ ਜੇ ਅਤੇ ਜੇ ਮੈਂ ਚੇਅਰਮੈਨ ਦਾ ਅਦਾਰਾ ਉਹਨੂੰ ਪਾਵਰਫੁਲ ਬਣਾਤਾ ਅਤੇ ਮੈਂ ਤਾਂ ਚੌਧਰੀ ਨਹੀਂ ਬਣਾਂਗਾ। ਠੀਕ ਹੈ ਇਸ ਵਾਸਤੇ ਉਹਨੇ ਇਹਦੇ 'ਚੋਂ ਸਾਰਾ ਡੰਗ ਕੱਢ ਕੇ ਇਹਨੂੰ ਖਾਲੀ ਜਿਹੜਾ ਨਾ ਇਹ ਆਪਣਾ ਜਿੱਦਾਂ ਸਾਡੇ ਮੰਮੀ ਡੈਡੀ ਜਿੱਦਾਂ ਤੁਹਾਡੇ ਸਾਰੇ ਐਂਕਰ ਹੁੰਦੇ ਨੇ ਨਾ ਉਹ ਸਾਰੇ ਦਾਨਸ਼ਵਰ ਬਣ ਜਾਂਦੇ ਨੇ ਨਾ। ਉਧਰ ਆਪਣਾ ਉਹ ਕੁੜੀ ਆਏਗੀ ਉੱਥੇ ਸ਼ੋਅ ਕਰਦੀ ਹੋਈ ਆਪਣਾ ਫਲਾਨੀ ਲਾਉਣ ਔਰ ਉਹਦੇ ਬਾਅਦ ਯਕਦਮ ਦਾਨਸ਼ਵਰ ਬਣ ਜਾਏਗੀ। ਠੀਕ ਹੈ ਹਾਂਜੀ ਇੰਝ ਹੁੰਦਾ ਅੱਜ ਕੱਲ੍ਹ ਹੁੰਦਾ ਕਿ ਨਹੀਂ। ਉਧਰ ਉਹ ਬਿਸਕੁਟਾਂ ਦੇ ਉੱਪਰ ਐਡਵਰਟਾਈਜ਼ਮੈਂਟ 'ਚ ਆਏਗੀ ਇੱਧਰੋਂ ਦਾਨਸ਼ਵਰ ਬਣ ਕੇ ਬਹਿ ਜਾਏਗੀ। ਬਿਲਕੁਲ ਠੀਕ ਹੈ ਇਹ ਇੱਦਾਂ ਹੀ ਫਿਰ ਉਹਨੇ ਕਿਹਾ ਇੱਦਾਂ ਦਾ ਅਦਾਰਾ ਬਣਾਓ। ਮੈਂ ਰਹਿ ਚੁੱਕਾ ਨਾ ਬਈ ਮੈਂ ਚੇਅਰਮੈਨ ਜੁਆਇੰਟ ਆਫ ਸਟੀਫ ਕਮੇਟੀ ਜਿਹੜਾ ਹੈ ਕਿ ਜਦੋਂ ਕੌਣ ਸੀ ਜਦੋਂ ਫਿਰੋਜ਼ ਫਾਰੂਕ ਖਾਨ ਸੀ ਚੇਅਰਮੈਨ ਉਦੋਂ ਮੈਂ ਡੀਜੀ ਟ੍ਰੇਨਿੰਗ ਸੀ। ਅੱਛਾ ਅਤੇ ਜਦੋਂ ਉਹਦੇ ਬਾਅਦ ਅੱਲਾ ਥੋੜ੍ਹਾ ਭਲਾ ਕਰੇ ਜਿਹੜਾ ਆਪਣਾ ਤੁਹਾਡਾ ਜਿਹੜਾ ਦੂਜਾ ਚੇਅਰਮੈਨ ਕਿਹੜਾ ਸੀ ਜਿਹੜਾ ਜਨਰਲ 4 ਸਟਾਰ ਸੀ ਜਿਹੜਾ ਆਪਣਾ ਇਹਦਾ ਆਲਮ ਉਹਦੇ ਨਾਲ ਵੀ ਮੈਂ ਸੀ। ਠੀਕ ਹੈ ਅਤੇ ਮੈਨੂੰ ਪਤਾ ਕਿ ਚੇਅਰਮੈਨ ਜੁਆਇੰਟ ਚੀਫ ਸਟਾਫ ਕੀ ਬੈਠੀ ਕੀ ਹੈ। ਹੁਣ ਕਰਨਾ ਖੁਦਾ ਦਾ ਹੋਇਆ ਕਿ ਉਹ ਜਿਹੜਾ ਬੰਦਾ ਬਣਾਇਆ ਸੀ ਪੁੱਟੋ ਨੇ ਕਿ ਇਹਨੂੰ ਮੈਂ ਆਰਮੀ ਦਾ ਚੀਫ ਲਾਵਾਂਗਾ ਉਹਨੂੰ ਉਹਨੇ ਲਾਤਾ ਚੇਅਰਮੈਨ। ਯਾਨੀ ਜਿਹੜਾ ਉਹਨੇ ਗੱਡਾ ਖੋਦਿਆ ਸੀ ਮੇਰੇ ਵਾਸਤੇ ਉਹ ਉਹਦੇ 'ਚ ਡਿੱਗ ਪਿਆ। ਉਹ ਬਜਾਏ ਚੀਫ ਆਫ ਆਰਮੀ ਸਟਾਫ ਬਣਦੇ ਉਹ ਬਣ ਗਿਆ ਚੇਅਰਮੈਨ। ਅਤੇ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਜਿਹੜਾ ਸੀ ਉਹ ਜਿੱਦਾਂ ਅਸੀਂ ਸਿਆਣੇ ਹੋ ਜਾਂਦੇ ਨਾ ਘਰ 'ਚ ਇਹ ਸਿਆਣਾ ਬੈਠਾ ਜੇ ਉਹਨੂੰ ਕੋਈ ਪਾਣੀ ਵੀ ਨਹੀਂ ਪੁੱਛਦਾ ਇੱਦਾਂ ਹੀ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਸੀ ਕਿ ਜੀ ਕੀ ਹੈ ਜੀ ਉਹਨੇ ਨੁਮਾਇਸ਼ ਫੁੱਲਾਂ ਦੀ ਲਾਉਣੀ ਹੈ ਚੇਅਰਮੈਨ ਦੇ ਗੱਲ ਪਾ ਦਿਓ ਉਹ ਲੋਕਾਂ ਨੂੰ ਟ੍ਰੇਨਿੰਗ ਦੇਣੀ ਹੈ ਚੇਅਰਮੈਨ ਬਾਕੀ ਛਿੱਟੋ। ਠੀਕ ਆ ਹੁਣ ਉਹ ਇੰਡੀਆ ਨੇ ਕੀ ਕੀਤਾ ਸੀ ਇੰਡੀਆ ਦੇ ਲੋਕ ਬੜੇ ਸਿਆਣੇ ਸੀ ਉਹਨਾਂ ਨੇ 40 ਤੋਂ ਆਪਣੀ ਆਰਮੀ ਨੇਵੀ ਏਅਰ ਫੋਰਸ ਸੀ ਆਪਣਾ ਉਹਨਾਂ ਨੇ ਸੋਚਾਂ ਆਪਣੀਆਂ ਉਹਨਾਂ ਪਰ ਬਣਾਈਆਂ ਸੀ। ਉਹਨਾਂ ਨੇ ਕਿਹਾ ਨਹੀਂ ਅਸੀਂ ਆਪਣਾ ਚੌਧਰੀ ਉਹ ਲਾਵਾਂਗੇ। ਦੇਖੋ ਨਾ ਅਗਰ ਤੇਰੇ ਕੋਲ ਫਾਇਰ ਕਰਨ ਦਾ ਆਰਡਰ ਨਾ ਹੋਵੇ ਅਤੇ ਤੁਹਾਨੂੰ ਮੈਂ ਚੌਧਰੀ ਬਿਠਾ ਦੇਵਾਂ ਲੇਕਿਨ ਤੂੰ ਮੇਰਾ ਪ੍ਰੋਗਰਾਮ ਰਿਲੀਜ਼ ਨਾ ਕਰ ਸਕੇ ਅਤੇ ਫਿਰ ਇੱਥੇ ਜਿੰਨਾ ਵੱਡਾ ਮਰਜ਼ੀ ਚੌਧਰਾ ਬਣਦਾ। ਬਿਲਕੁਲ ਠੀਕ ਗੱਲ ਹੈ। ਇਸ ਵਾਸਤੇ ਇੰਡੀਆ ਨੇ ਚੀਫ ਆਫ ਡਿਫੈਂਸ ਕਮੇਟੀ ਜਿਹੜੀ ਹੈ ਚੀਫ ਆਫ ਡਿਫੈਂਸ ਉਹਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਥਾਣੇਦਾਰ ਲਾ ਦਿੱਤਾ। ਅੱਛਾ ਹੁਣ ਅਗਰ 14 DSP ਹੈ ਅਤੇ SP ਅਗਰ ਉਹਦੇ 4 SP ਨੇ DSP ਨੇ ਇੱਕ SP ਉਹਦੇ ਉੱਪਰ ਅਤੇ ਪੂਰੇ ਜ਼ਿਲ੍ਹੇ ਦਾ ਇੱਕ IG ਹੋਇਆ ਕਿ ਨਹੀਂ। ਠੀਕ ਹੈ ਹੁਣ ਇੱਕ IG ਨੂੰ ਪੁੱਛੇਗਾ ਨਾ ਡਾਕਾ ਇੱਥੇ ਪਿਆ ਕਿਉਂ। ਉਹਨੇ IG ਨੇ ਇਹ ਤਾਂ ਨਹੀਂ ਕਹਿਣਾ ਕਿ ਮੇਰੇ 2 DSP ਵੀ ਡਾਕੂਆਂ ਦੇ ਨਾਲ ਸ਼ਾਮਲ ਹੈ। ਉਹਨੇ ਤਾਂ ਇਹੀ ਕਿਹਾ ਤੁੰਨ ਦੇਵਾਂਗੇ ਇਹਨਾਂ ਨੂੰ।
ਠੀਕ ਹੈ ਲੇਕਿਨ ਇੱਕ ਬੰਦਾ ਨਾ ਆਈ ਜੀ ਉਹਨੇ ਹੀ ਆਰਡਰ ਦੇਣਾ ਬਿਲਕੁਲ ਠੀਕ ਗੱਲ ਹੈ। ਇਸ ਵਾਸਤੇ ਇੰਡੀਆ ਨੇ ਚੀਫ ਆਫ ਡਿਫੈਂਸ ਜਿਹੜਾ ਨਾ ਉਹ ਸਰਵਿਸਿਜ਼ ਚੀਫ ਦਾ ਬਣਾਤਾ। ਠੀਕ ਹੈ। ਹੁਣ ਜਿਹੜੇ ਅਸੀਂ ਵੇਖਿਆ ਬਿਆਨੁਲ ਮਰਸੂਸ 'ਚ ਕਿ ਇੱਕ ਨਵੀਂ ਫੌਜ ਬਣ ਗਈ ਰਾਕਟ ਫੋਰਸ ਵੀ, ਕਿਉਂਕਿ ਜੇ ਅਸੀਂ ਆਪਸ ਦੇ ਵਿੱਚ ਹੀ ਇਹ ਪੁੱਛਣ ਉਹ ਮੈਂ ਲੱਗਾ ਮਾਰਨ ਇੰਡੀਆ ਨੂੰ ਇੱਥੋਂ ਮਿਜ਼ਾਈਲ, ਇੱਕ ਨੇਵੀ ਵਾਲਾ ਕਵੇ ਇੱਕ ਏਅਰਫੋਰਸ ਵਾਲਾ ਕਵੇ ਉਹ ਮੈਂ ਹਵਾਈ ਜਹਾਜ਼ ਦਾ ਮਾਰਨ ਲੱਗਾ, ਉਹ ਕਹਿੰਦਾ ਮੈਂ ਤੋਪ ਚਲਾਉਣ ਲੱਗਾ, ਅਤੇ ਉਹ ਤਾਂ ਲਾਈਨਾਂ ਨਹੀਂ ਮਿਲਣੀਆਂ, ਕੋਆਰਡੀਨੇਸ਼ਨ ਹੀ ਨਹੀਂ ਆਪਸ 'ਚ। ਅਤੇ ਇਸ ਵਾਸਤੇ ਫੈਸਲਾ ਆਇਆ ਜਿਹੜਾ ਚੰਗਾ ਫੈਸਲਾ ਮੇਰੀ ਨਜ਼ਰ 'ਚ, ਮੈਂ ਨੇਵੀ ਦਾ ਇੱਕ 3 ਸਟਾਰ ਜਨਰਲ ਜਿਹਨੇ ਚੀਫ ਵਾਸਤੇ ਵੀ ਦੌੜ ਲਾ ਲਈ, ਮੈਂ ਕਹਿ ਰਿਹਾ ਕਿ ਮੇਰੇ ਨਜ਼ਰੀਏ ਦੇ ਮੁਤਾਬਿਕ ਇਹ ਚੰਗਾ ਫੈਸਲਾ ਜੇ, ਕਿਉਂਕਿ ਫੈਸਲੇ ਦੇ ਵਿੱਚ ਦੂਈ ਨਹੀਂ ਹੋਣੀ ਚਾਹੀਦੀ, ਚੰਗਾ ਕਰੇ ਬੁਰਾ ਕਰੇ ਇੱਕ ਆਦਮੀ ਫੈਸਲਾ ਕਰਨਾ ਚਾਹੀਦਾ ਜੇ। ਠੀਕ ਹੈ। ਇਹ ਚੰਗਾ ਹੋਇਆ, ਹੁਣ ਇਹ ਹੋਇਆ, ਪਰ ਇਹ ਤੋਂ ਪਹਿਲੇ ਦੇਖੋ ਨਾ ਹੁਣ ਜਿਹੜਾ ਯਾਨੀ ਕਿ ਚੀਫ ਆਫ ਜੁਆਇੰਟ ਸਟਾਫ ਜਿਹੜਾ ਹੈਗਾ ਸੀ ਉਹ ਮੁੱਕ ਗਿਆ 27 ਤਾਰੀਖ ਨੂੰ, ਉਹ ਆਖਰੀ ਸੀ ਜਿਹੜੇ ਕਿ ਤਾਹਿਰ ਸ਼ਮਸ਼ਾਦ ਸਾਹਿਬ ਜਿਹੜੇ ਹੈ ਉਹ ਚਲੇ ਗਏ। ਠੀਕ ਹੈ। ਹੁਣ ਹੋ ਗਿਆ ਚੀਫ ਆਫ ਹੁਣ ਡਿਫੈਂਸ ਜਿਹੜਾ ਸਟਾਫ, ਉਸ ਤੋਂ 27ਵੀਂ ਤਰਮੀਮ ਜਿਹੜੀ ਹੋ ਚੁੱਕੀ ਹੈ ਯਾਨੀ ਕਿ ਉਹਦੇ ਵਿੱਚ ਇੱਕ ਹੈਗਾ ਸੀ ਜੁਆਇੰਟ ਇਹਨਾਂ ਨੂੰ ਜੋੜਨ ਲਈ, ਇਹ ਹੈਗਾ ਡਿਫੈਂਸ ਨਹੀਂ ਇਹ ਜੁਆਇੰਟ ਨਹੀਂ, ਇੱਕ ਸੀ ਕੋਆਰਡੀਨੇਸ਼ਨ ਖਾਲੀ। ਠੀਕ ਹੈ। ਇਹ ਕੋਆਰਡੀਨੇਸ਼ਨ ਨਹੀਂ ਬਲਕਿ ਇਹਨੂੰ ਅਖਤਿਆਰ ਦਿੱਤਾ ਕਿ ਤੂੰ ਅਗਰ ਬਟਨ ਦਬਣਾ ਜੇ ਤੋਪ ਦਾ ਤੂੰ ਹੀ ਦਬਣਾ ਤਾਂ ਹੁੰਦਾ ਤੂੰ ਜਿਹੜਾ ਆਰਡਰ ਦੇ, ਆਰਮੀ ਨੇਵੀ ਵਾਲੇ ਵੀ ਤੋਪ ਤੇਰੇ ਹੁਕਮ ਤੇ ਚਲਾਉਣਗੇ। ਹਾਏ ਹਾਏ ਹਾਏ, ਅੱਛਾ ਠੀਕ ਹੈ। ਤੇਰਾ ਤੋਂ ਰੰਗ ਗੋਰਾ ਹੈ, ਤੈਨੂੰ ਪਤਾ ਸਾਡੇ ਤੇ ਗੋਰਾ ਜਾਦੂ ਹੋਇਆ ਜਾਦੂ ਹੋਇਆ ਪੂਰੀ ਕੌਮ ਤੇ ਗੋਰਾ ਜਾਦੂ ਚਿੱਟੀ ਵਰਦੀ ਪਾਈ ਹੈ, ਮੈਨੂੰ ਪਤਾ ਸਾਰਾ। ਤਦੀ ਨਾ ਚਿੱਟੀ ਵਰਦੀ ਪਈ ਹੈ ਤੇ ਡੰਡਾ ਮੈਨੂੰ ਹੀ ਚੜਦਾ ਨਾ। ਹੁਣ ਇਹ ਚੌਧਰੀ ਬਣ ਗਿਆ। ਠੀਕ ਹੈ। ਔਰ 27ਵੀਂ ਤਰਮੀਮ ਨੇ ਪਾਰਲੀਮੈਂਟ ਨੇ ਇਹਨੂੰ ਚੌਧਰੀ ਬਣਾਤਾ, ਆਸਿਮ ਮਨੀਰ ਨੂੰ। ਉਹਨੂੰ ਦੇਖੋ ਅੱਲਾ ਨੇ ਕੀ ਭਾਗ ਲਾਇਆ। ਕੈਸੇ? ਮੈਂ ਹੁਣ ਦੱਸ ਰਿਹਾ, ਹੋਰ ਤੁਹਾਨੂੰ ਮੈਂ ਕੈਸੇ ਦੱਸਾਂਗਾ, ਭੌਂਕ ਰਿਹਾ ਤੇਰੇ ਅੱਗੇ ਨਾ, ਦੱਸ ਰਿਹਾ ਨਾ। ਇਹ ਜਿਹੜਾ ਸੀ ਆਸਿਮ ਮਨੀਰ ਦੇਖਣਾ ਦਾ, ਤੂੰ ਇਮੈਜਿਨ ਕਰ, ਮੈਂ ਸਲਾਮ ਆਸਿਮ ਮਨੀਰ ਨੂੰ ਨਹੀਂ ਮੈਂ ਸਲਾਮ ਕਰਦਾ, ਮੈਂ ਉਹਦੇ ਵਾਲਦ ਸਾਹਿਬ ਨੂੰ ਸਲਾਮ ਕਰਦਾ, ਉਹਦੀ ਵਾਲਦਾ ਨੂੰ ਸਲਾਮ ਕਰਦਾ। ਤੂੰ ਇਮੈਜਿਨ ਕਰਕੇ ਅਸੀਂ ਜਿਹੜਾ ਜੇ ਇੱਥੇ ਚੱਕ ਨੰਬਰ 312 ਵੀ ਹੋਵੇ ਨਾ, ਇਹ ਮੈਂ ਇਹ ਹਾਫਿਜ਼ ਇਹ ਉੱਥੇ ਮੁੰਡਾ ਆਪਣਾ ਪਾਏਗਾ, ਮੈਂ ਇੰਗਲਿਸ਼ ਮੀਡੀਅਮ 'ਚ ਪਾਉਣਾ ਜੇ, ਚਾਹੇ ਟੁੱਟੀ ਹੋਈ ਦੀਵਾਰ ਹੋਵੇ ਨਾਲ, ਚਾਹੇ ਮੱਝਾਂ ਗੋਹਾ ਸੁੱਟ ਰਹੀਆਂ ਹੋਣ, ਪਰ ਉੱਪਰ ਲਿਖਿਆ ਹੋਵੇ ਇੰਗਲਿਸ਼ ਮੀਡੀਅਮ, ਹੈ ਨਾ। ਉਹ ਇੰਗਲਿਸ਼ ਮੀਡੀਅਮ 'ਚ ਵੜ ਰਹੇ ਹੋ ਨਾ ਤੁਸੀਂ ਜ਼ਰਾ ਇਮੈਜਿਨ ਕਰੋ ਕਿ ਜਦੋਂ ਹਾਫਿਜ਼ ਮੁਨੀਰ ਦੇ ਵਾਲਦੈਨ ਜਿਹੜੇ ਨੇ, ਜਦੋਂ ਉਹਦੇ ਮੁੰਡੇ ਜਾਂਦੇ ਸੀ ਇਹ ਕੁਰਾਨ ਸ਼ਰੀਫ ਲੈ ਕੇ ਅਤੇ ਰੇਲ 'ਤੇ ਰੱਖ ਕੇ ਅਤੇ ਹਿਫਜ਼ ਕਰਦੇ ਸੀ, ਅਤੇ ਨਾਲ ਦਿਆਂ ਦਾ ਮੁੰਡਾ ਜਾਂਦਾ ਸੀ ਮੰਮੀ ਡੈਡੀ ਗਰੁੱਪ 'ਚ, ਉਹਨਾਂ ਦਿਲ 'ਤੇ ਕੀ ਗੁਜ਼ਰਦੀ ਹੋਏਗੀ ਕਿ ਇਹ ਜਿਹੜਾ ਜੇ ਮੀਆਂ ਕਹਿੰਦਾ ਹੋਣਾ ਕਿ ਗੱਲ ਸੁਣ ਇਹ ਬੀਬੀ ਇਹ ਕਰਦਾ, ਅਤੇ ਬੀਬੀ ਕਹਿੰਦੀ ਹੋਣੀ ਇਹ ਮੇਰੀ ਨਹੀਂ ਮੰਨਦਾ, ਤੈਨੂੰ ਕੀ ਸਮਝਾਵਾਂ, ਇਹਨੇ ਬੱਚੇ ਆਪਣੇ ਤਬਾਹ ਕਰ ਰਹੇ ਨੇ ਅਤੇ ਭੇਜ ਰਿਹਾ ਜੇ ਉੱਥੇ ਹਾਫਿਜ਼ ਬਣਾ ਰਿਹਾ ਜੇ। ਠੀਕ ਹੈ। ਅਤੇ ਫਿਰ ਹਾਫਿਜ਼ ਸਾਹਿਬ ਹਾਫਿਜ਼ ਸਾਹਿਬ ਮੇਰੀ ਗੱਲ ਨਹੀਂ ਮੰਨਦੇ, ਤੁਸੀਂ ਦੱਸ ਦਿਓ ਕਿ ਤੁਸੀਂ ਐਬਟਾਬਾਦ ਨਹੀਂ ਗਏ ਸੀ। ਠੀਕ ਹੋ ਗਿਆ। ਹਾਂ ਦੇਖਿਆ ਨਾ, ਤਬੀਰ ਸਾਹਿਬ ਹੋਣ ਲੱਗ ਪਈ ਨਾ, ਮੈਂ ਨਾਮ ਲੈਣ ਲੱਗਾ ਤੇ ਅੱਛਾ। ਹੁਣ ਇਹ ਉਹਦੇ ਬਾਅਦ ਹਾਫਿਜ਼ ਸਾਹਿਬ ਵਿਚਾਰੇ ਨਹੀਂ ਗਏ ਉੱਥੇ, ਉਹ ਤੇ ਕੀ ਸੀ ਕਾਲੂ ਕਾਲੀ ਕਿਉਂ ਜੀ ਹਾਫਿਜ਼ ਜੀ ਇਹੀ ਹੁੰਦਾ ਨਾ। ਇਹ ਫੇਰ ਕਰਦੇ ਰਹੇ। ਹੁਣ ਉਹ ਦੇਖੋ ਅੱਲਾ ਨੇ ਉਹਨੂੰ ਦੇਖੋ ਨਾ, ਉਹ ਤੇ ਕਦੀ ਵੀ ਨਹੀਂ ਉਹ ਤੇ ਇਹ ਵੀ ਨਹੀਂ ਸੋਚ ਸਕਦਾ ਸੀ ਕਿ ਮੇਰੇ ਫੁੱਲ ਲੱਗ ਜਾਣਗੇ, ਕਮਿਸ਼ਨ ਅਫਸਰ ਤੇ ਮੇਰੀ ਮਾਂ ਜਿਹੜੀ ਲੱਡੂ ਵੰਡੇਗੀ, ਉਹ ਤੇ ਇਹ ਵੀ ਨਹੀਂ ਸੋਚ ਸਕਦਾ ਸੀ। ਉਹ ਤਾਂ ਬੜੀ ਹੱਦ ਇਹ ਸੋਚਦਾ ਕਿ ਮੈਂ ਜਿਹੜਾ ਜੇ ਆਪਣਾ ਇਹ ਮੌਲਾਨਾ ਜਿਹੜਾ ਇਹਨਾਂ ਦਾ ਹੈ ਸਾਡਾ ਫਤਵੇ ਦੇਣ ਵਾਲੇ ਸਰਕਾਰੀ ਇਹ ਜਿਹੜੇ ਚਮਚੇ ਦਾੜੀਆਂ ਰੱਖ ਕੇ ਦਿੰਦੇ ਨੇ, ਉਹ ਹੋ ਜਾਵਾਂਗਾ ਕਿਤੇ। ਬਈ ਇਹ ਹੋ ਸਕਦਾ ਨਾ ਕਿ ਆਪਣਾ ਉਹ ਹੋ ਜਾਏ। ਹੁਣ ਉਹ ਕੀ ਹੋਇਆ, ਅੱਲਾ ਨੇ ਉਹਨੂੰ ਉਹ 4 ਸਟਾਰ ਬਣਾਤਾ। ਠੀਕ ਹੈ। ਉਹ ਉੱਥੋਂ ਟੱਪ ਕੇ ਉੱਥੇ ਆ ਗਿਆ। ਹੁਣ ਅੱਲਾ ਨੇ ਕਿੱਦਾਂ ਫੌਕੀਅਤ ਦਿੱਤੀ ਉਹਨੂੰ, ਕਿਸ ਤਰ੍ਹਾਂ ਐਬਟਾਬਾਦ ਵਾਲਿਆਂ ਤੋਂ ਫੌਕ ਦਿੱਤੀ, ਕਿੱਦਾਂ ਇਹ 4 ਸਟਾਰੇ ਸੀ ਨਾ। ਅਯੂਬ ਖਾਨ ਵੀ 5 ਸਟਾਰ ਸੀ ਨਾ, ਉਹ ਆਪੇ ਹੀ ਬਣ ਗਿਆ ਸੀ, ਤੇ ਉਹ ਵੀ ਜਿਹੜਾ ਆਪੇ ਹੀ ਬਣ ਗਿਆ, ਉਹ ਜਿਹੜਾ ਸੀ ਉਹਨੇ ਅੱਧਾ ਮੁਲਕ ਦੇ ਦਿੱਤਾ। ਉਹ ਤਦ ਵੀ ਸ਼ੇਰ ਹੈ, ਡਬਲ ਪੈਨਸ਼ਨ ਹੈ, ਇੱਕ ਚੀਫ ਆਫ ਆਰਮੀ ਸਟਾਫ ਦੀ ਔਰ ਇੱਕ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਦੀ ਡਬਲ ਪੈਨਸ਼ਨ। ਆਸਿਮ ਮਨੀਰ ਸਾਹਿਬ ਦਾ ਥੋੜੀ ਜਾਣਾ ਆ ਰਿਹਾ, ਤੈਨੂੰ ਤਕਲੀਫ ਕਿਉਂ ਅੱਡੀ ਹੋਣ ਲੱਗ ਪੈਂਦੀ ਹੈ? ਤੈਨੂੰ ਮੈਂ ਪਠਾਣਾ ਤੇ ਬੋਲਣਾ ਤੇ ਤੈਨੂੰ ਵੱਟ ਕਿਉਂ ਪੈਣ ਲੱਗ ਪੈਂਦਾ ਜੀ? ਪਿਆਰ ਹੀ ਬੜਾ, ਪਿਆਰ ਤੈਨੂੰ ਬੜਾ ਜੇ ਪਠਾਣਾ, ਤੈਨੂੰ ਜਿਹੜਾ ਜੇ ਨਾ ਤੂੰ ਬੜਾ ਉਹਦਾ ਜਿਹੜਾ ਸਾਂਢੂ ਲੱਗਾ ਹੋਇਆ ਜੇ। ਹੁਣ ਅੱਛਾ, ਇਸ ਤਰ੍ਹਾਂ ਆਸਿਮ ਮਨੀਰ ਨੇ ਦੇਖੋ ਅੱਲਾ ਨੇ ਜਿਸ ਤਰ੍ਹਾਂ ਨਬੀ ਨੂੰ ਆਪਣਾ ਚੌਧਰੀ ਬਣਾਇਆ ਸੀ, ਇੱਦਾਂ ਆਸਿਮ ਮਨੀਰ ਨੂੰ ਜੇਲ੍ਹ ਬਜਾਏ ਮੰਗਲਾ ਤੋਂ ਟ੍ਰੇਨ ਹੋ ਕੇ ਅਤੇ ਐਬਟਾਬਾਦ ਵਾਲਿਆਂ ਤੋਂ ਉੱਚੇ ਹੋ ਗਿਆ।
ਠੀਕ ਹੈ ਇਹ 4 ਸਟਾਰ ਤੋਂ ਉੱਤੇ ਨਾ ਸਾਰੇ 4 ਸਟਾਰ ਸਲਾਮ ਕਰਦੇ ਨੇ ਨਾ ਜੀ 5 ਸਟਾਰ ਤੇ ਅੱਲਾ ਨੇ ਬਣਾਤਾ ਨਾ ਫੀਲਡ ਮਾਰਸ਼ਲ ਹੁਣ ਇਦਾਂ ਹੀ ਸਰਵਰੇ ਕਾਇਨਾਤ ਨੂੰ ਕਿੱਦਾਂ ਬਣਾਇਆ ਸੀ ਜਦੋਂ ਸਰਵਰੇ ਕਾਇਨਾਤ ਨੂੰ ਇਹ ਜਿਹੜੇ ਕਹਿੰਦੇ ਨਾ इस्राइल कि हम चौधर लौट हैं अल्लाह ने कितना चौधरी बनाया जब वो गए मिराज पे तो क्या है पाक है वो ज़ात जो ले गई अपने बंदे को मस्जिद हराम से मस्जिद अक्सा तक ਇਹ ਮੇਰੀ ਤਾਂ ਨਹੀਂ ਹੈ ਇਹ ਕਿਹਦੀ ਕਹਾਵਤ ਹੈ ਅੱਲਾ ਦੀ ਹੈ ਨਾ ਕੁਰਾਨ ਸ਼ਰੀਫ ਦਾ ਹਿੱਸਾ ਨਾ ਉੱਥੇ ਜਾ ਕੇ ਅੱਲਾ ਦੀ ਜ਼ਾਤ ਜਿਹੜੀ ਹੈ ਉਹਨੇ ਕੀ ਕੀਤਾ ਯਰੂਸ਼ਲਮ ਨਬੀ ਪਾਕ ਨੇ ਕੀ ਕੀਤਾ ਇੱਥੋਂ ਬੁਰਾਕ 'ਚ ਗਏ ਨੇ ਉੱਥੇ ਬੰਨਿਆ ਆਪਣਾ ਉਹ ਬੁਰਾਕ ਉੱਥੇ ਤੇ ਉੱਥੇ ਕੀਤਾ ਕੀ ਨਬੀ ਪਾਕ ਨੇ ਤੁਹਾਨੂੰ ਵੀ ਤਮਾਮ ਨਬੀਆਂ ਦੀ ਇਮਾਮਤ ਕਰਾਈ ਵਿੱਚ ਹੀ ਆਦਮ ਵਿੱਚ ਹੀ ਈਸਾ ਵਿੱਚ ਹੀ ਮੂਸਾ ਵਿੱਚ ਹੀ ਸ਼ੁਐਬ ਵਿੱਚ ਹੀ ਯੂਨਸ ਵਿੱਚ ਹੀ ਇਸਾਕ ਕੋਈ ਰਹਿ ਗਿਆ ਤੇ ਫਿਰ ਜੋ ਨੀਅਤ ਇਮਾਮ ਦੀ ਸਾਡੀ ਤੇ ਜੋ ਸ਼ਰੀਅਤ ਇਮਾਮ ਦੀ ਸਾਡੀ ਹਾਂਜੀ ਹੋ ਗਈ ਉਹਨਾਂ ਨੇ ਦਾਦਾ ਗੰਜ ਬਖਸ਼ੀ ਮੈਂ ਆਪਣੇ ਕੋਲੇ ਕਹਾਣੀ ਬਣਾ ਰਿਹਾ ਜੀ ਹਜ਼ੂਰ ਉਹਨਾਂ ਨੇ ਦੇਖੋ ਇੱਥੇ ਦਇਆ ਰਾਵੀ ਬਣਦਾ ਸੀ ਹੁਣ ਦਾਦਾ ਗੰਜ ਦਾਦਾ ਸਾਹਿਬ ਆਏ ਉਹਨਾਂ ਨੇ ਲੱਖਾਂ ਲੋਕਾਂ ਨੂੰ ਮੁਸਲਮਾਨ ਕੀਤਾ ਤੇ ਇੱਕ ਮਾਈ ਦੁੱਧ ਦਿੰਦੀ ਸੀ ਕਹਿੰਦੀ ਦੁੱਧ ਦੇ ਨਹੀਂ ਦਿੱਤਾ ਤੁਹਾਨੂੰ ਪਤਾ ਲੰਮੀਆਂ ਕਹਾਣੀਆਂ ਹੋ ਜਾਣਗੀਆਂ ਅਗਰ ਮੇਰੀ ਜਾਨ ਸਰਵਰੇ ਕਾਇਨਾਤ ਨੂੰ ਸਾਨੂੰ ਮੁਸਲਮਾਨ ਕਰਨ ਵਾਲੇ ਕੌਣ ਪਠਾਨ हज़रत दादा गंज बख्श हज़रत ख्वाजा मीनुद्दीन चिश्ती अजमेरी पठान निज़ामुद्दीन औलिया पठान और यार साढ़े जेड़े थोड़ा होर तो होर मुजद्दद अलफसानी पठान ठीक है देवबंदी बरेलवी सारे इन्हां दा सारा जिहड़ा जे ये लड़ कित्थे जांदी है कोई गजनी तो कोई गौरी तो ਕੋਈ ਮੈਨੂੰ ਦੱਸ ਇਹ ਗੌਲੀ ਜਿਹੜੇ ਨੇ ਇਹ ਜਿਹੜੇ ਚਾਹੇ ਆਗਰਾ 'ਚ ਬੈਠੇ ਸੀ ਇਹ ਰੋਹੇਲਖੰਡ ਦੇ ਪਠਾਨ ਜਿਹੜੇ ਸੀ ਇਹ ਕਿੱਥੋਂ ਆਏ ਸੀ ਅਫਗਾਨਿਸਤਾਨ ਤੋਂ ਤੇ ਭਾਈ ਅਸੀਂ ਇਹਨਾਂ ਦਾ ਕਹਿਣਾ ਮੰਨਿਆ ਕਿ ਨਹੀਂ ਇਸਲਾਮ ਕੀ ਅਸੀਂ ਇਹਦਾ ਕਹਿਣਾ ਮੰਨਦਾ ਰਹੇ ਇਹ ਸਾਨੂੰ ਛਿੱਤਰ ਮਾਰਦੇ ਰਹੇ ਅਸੀਂ ਫਿਰ ਵੀ ਇਸਲਾਮ ਕਰਦੇ ਰਹੇ ਕਿ ਇਹ ਅੱਲਾ ਦੇ ਨਬੀ ਦਾ ਨਾਮ ਲੈਂਦੇ ਠੀਕ ਹੋ ਗਿਆ ਲੇਕਿਨ ਐਡਮਿਨ ਸਾਹਿਬ ਪ੍ਰੋਗਰਾਮ ਦੇ ਬਿਲਕੁਲ ਇਖਤਤਾਮ ਦੇ ਵਿੱਚ ਕਿ ਹੁਣ ਫੀਲਡ ਮੈਨੂੰ ਮੁਸਲਮਾਨ ਕਰਨਾ ਨਹੀਂ ਐਡਮਿਨ ਸਾਹਿਬ ਪ੍ਰੋਗਰਾਮ ਦੇ ਇਖਤਤਾਮ 'ਚ ਕਿ ਮੈਂ ਇਹੋ ਜਿਹਾ ਮੁਸਲਮਾਨ ਨਹੀਂ ਹੋਣਾ ਚਾਹੁੰਦਾ ਜਿੰਨਾ ਦਾ ਤੂੰ ਕਰਨਾ ਚਾਹੁੰਦਾ ਜੇ ਐਡਮਿਨ ਸਾਹਿਬ ਮੈਂ ਹੁਣ ਪ੍ਰੋਗਰਾਮ ਨੇ ਐਂਡ ਕਰਨਾ ਤੇ ਮੈਂ ਚਾਹ ਰਿਹਾ ਕਿ ਤੁਸੀਂ ਮੈਨੂੰ ਨਾ ਇਹ ਇੱਕ ਇੰਪੋਰਟੈਂਟ ਗੱਲ ਦੱਸ ਦਿਓ ਕਿ ਜਿਹੜੇ ਫੀਲਡ ਮਾਰਸ਼ਲ ਬੁਲਾਇਆ ਜਾਂਦਾ ਹੈ CDS ਚੀਫ ਆਫ ਡਿਫੈਂਸ ਸਟਾਫ ਠੀਕ ਹੈ ਹੁਣ ਉਹਨਾਂ ਨੂੰ ਚੀਫ ਆਫ ਡਿਫੈਂਸ ਸਟਾਫ ਬੁਲਾਇਆ ਜਾਏਗਾ ਹੁਣ ਉਹ ਪਾਕਿਸਤਾਨ ਤਮਾਮ ਅਫਵਾਜ ਦਾ ਚੌਧਰੀ ਹੈ ਕੀ ਕੰਟਰੋਲ ਹੋਏਗਾ ਕੀ ਪਾਵਰ ਹੈ ਹੁਣ ਪਾਵਰ ਇੱਕ ਵਾਰੀ ਦੱਸੋ ਕਿ ਨੰਬਰ 1 ਪਾਵਰ ਅੱਜ ਤੇ ਪਾਕਿਸਤਾਨ ਦੀ ਹਿਸਟਰੀ 'ਚ ਅੱਜ ਤੋਂ ਪਹਿਲੇ ਕੋਈ ਵੀ ਨਹੀਂ ਰਿਹਾ ਮੇਰੀ ਗੱਲ ਸੁਣ ਤੂੰ ਇਹ ਦੇਖ ਕਿ ਜਿਹੜੀ ਬਟਨ ਦਬਾਉਣ ਦੀ ਪਾਵਰ ਹੈ ਨਾ ਨਿਊਕਲੀਅਰ ਦੀ ਸਭ ਹੁਣ ਨਾ ਮੇਰੀ ਗੱਲ ਉਹਦੀ ਪਾਵਰ ਕਿਹਦੇ ਕੋਲ ਹੈ ਪ੍ਰਾਈਮ ਮਿਨਿਸਟਰ ਕੋਲ ਹੈ ਠੀਕ ਹੈ ਚੀਫ ਐਗਜ਼ੈਕਟਿਵ ਤੂੰ ਦੇਖ ਲਾ ਕਿ ਪਾਕਿਸਤਾਨ ਦਾ ਇੱਕ ਚੀਫ ਐਗਜ਼ੈਕਟਿਵ ਇਮਰਾਨ ਖਾਨ ਦੀ ਸ਼ਕਲ 'ਚ ਉਹ ਵੀ ਸੀ ਜਿਹਦਾ ਜਾਦੂਗਰ ਉਹਦਾ ਬਟਨ ਦਬਾਉਂਦੀ ਸੀ ਤੇ ਉਹ ਅੱਗੇ ਬਟਨ ਦਬਾਉਂਦਾ ਸੀ ਉਹ ਬੁਜ਼ਰ ਤੇ ਆ ਮਹਿਮੂਦ ਖਾਨ ਤੇ ਉਹਦਾ ਹੁਣ ਦੇਖ ਲਾ ਕਿ ਅਸੀਂ ਉਹਦੇ ਵੀ ਮੁਹੰਮਦ ਦੇ ਗੁਲਾਮ ਐਸੇ ਰਹਿ ਚੁੱਕੇ ਹਾਂ ਕਿ ਜਾਦੂਗਰ ਜਿਹੜੀ ਹੈ ਉਹ ਸਾਡੇ ਮਿਜ਼ਾਈਲ ਉਹ ਚਲਾਉਂਦੀ ਸੀ ਠੀਕ ਹੈ ਅੱਜ ਇਹ ਜਿਹੜਾ ਜੇ ਚੀਫ ਐਗਜ਼ੈਕਟਿਵ ਜਿਹੜਾ ਜੰਗ ਕਰਨਾ ਕਿ ਵੀ ਗੋਲੀ ਚਲਾਉਣੀ ਬੰਬ ਚਲਾਉਣਾ ਹਵਾਈ ਜਹਾਜ਼ ਚਲਾਉਣੇ ਉਹ ਸਾਰਿਆਂ ਦਾ ਓਕੇ ਲੈਣਾ ਜਿਹੜਾ ਜੇ ਨਾ ਅਗਰ ਬਾਕੀ ਚੀਫਾਂ ਨੇ ਲੈਣਾ ਤੇ ਇਹਨੂੰ ਪੁੱਛਣਾ ਜੇ ਇਹ ਚਾਹੇ ਸ਼ਵਾਜ਼ ਸ਼ਰੀਫ ਨੂੰ ਪੁੱਛੇ ਨਾ ਪੁੱਛੇ ਖਸਮਾਂ ਨੂੰ ਖਾਵੇ ਠੀਕ ਹੈ ਕੰਟਰੋਲ ਲੈਣਾ ਤੇ ਅੱਛਾ ਹੁਣ ਇਹ ਨਹੀਂ ਹੈ ਕਿ ਰੇਡੀਓ ਪਾਕਿਸਤਾਨ ਤੋਂ ਪਤਾ ਲੱਗੇਗਾ ਉਹ ਭਾਈ ਮੈਂ ਉਸ ਇਸਲਾਮ ਨੂੰ ਮੰਨਦਾ ਜਿਹੜਾ ਸਰਵਰੇ ਕਾਇਨਾਤ ਨੇ ਹੱਜਤੁਲ ਵਿਦਾ ਦੇ ਵਿੱਚ ਸਾਰੀ ਦੁਨੀਆ ਨੂੰ ਦੱਸਿਆ ਸੀ ਕਿ ਕਾਲੇ ਨੂੰ ਗੋਰੇ ਤੇ ਗੋਰੇ ਨੂੰ ਕਾਲੀ ਦੇ ਉੱਪਰ ਕੋਈ ਫੌਕੀਅਤ ਨਹੀਂ ਅਰਬੀ ਨੂੰ ਅਜਮੀ ਭਾਈ ਮੈਂ ਉਹ ਇਸਲਾਮ ਮੰਨਦਾ ਜੇ ਔਰ ਨਾਲ ਇਹ ਮੰਨਦਾ ਕਿ ਬਾਦ ਅਸ ਖੁਦਾ ਬਜ਼ੁਰਗ ਤੂੰ ਕਿੱਸਾ ਮੁਖਤਸਰ ਗੱਲ ਦੀ ਮੁਕਾਤੀ ਅੱਲਾ ਦੇ ਬਾਅਦ ਕੌਣ ਹੈ ਅਥਾਰਟੀ ਚੀਫ ਆਫ ਡਿਫੈਂਸ ਸਟਾਫ ਕੌਣ ਹੈ ਦੀਨ ਦਾ ਸਰਵਰੇ ਕਾਇਨਾਤ ਲੇਕਿਨ ਪਾਕਿਸਤਾਨ ਦਾ ਕਸਟੋਡੀਅਨ ਹਾਫਿਜ਼ ਫੀਲਡ ਮਾਰਸ਼ਲ ਪਾਕਿਸਤਾਨ ਦੀ ਡਿਫੈਂਸ ਦਾ ਕਸਟੋਡੀਅਨ ਜਿਹੜਾ ਜ਼ਿੰਮੇਵਾਰ ਹੈ ਅਛਾਈ ਬੁਰਾਈ ਦਾ ਹਾਫਿਜ਼ ਬੁਨੀਰ ਅੱਛਾ ਲੇਕਿਨ ਆਖਰੀ ਗੱਲ ਮੈਂ ਤੁਹਾਨੂੰ ਪੁੱਛਿਆ ਇਹ ਕਿੰਨਾ ਟਾਈਮ ਦਾ ਟੈਨਿਓਰ ਹੁੰਦਾ ਹੈ ਹਾਲਾ ਇਹਦਾ 5 ਸਾਲ ਦਾ ਜਿਹੜਾ ਅਕੋਰਡਿੰਗ ਟੂ ਪਾਰਲੀਮੈਂਟ ਨੇ ਬਣਾਇਆ ਲੇਕਿਨ ਜਿਹੜਾ ਯਾਨੀ ਕਿ ਇਹਦਾ ਨੋਟੀਫਿਕੇਸ਼ਨ ਜਿਹੜਾ ਨਹੀਂ ਵੀ ਨਿਕਲਿਆ ਨਾ ਤੇਰਾ ਨੋਟੀਫਿਕੇਸ਼ਨ ਨਾ ਵੀ ਕੱਢਾਂ ਕਿ ਤੂੰ ਐਂਕਰ ਤੂੰ ਬੈਠਾ ਹੋਇਆ ਕਿ ਨਹੀਂ ਬੇਸ਼ਰਮਾ ਵਾਂਗੋ ਬੈਠਾ ਹੋਇਆ ਨਾ ਕਿ ਉਹ ਬੇਸ਼ਰਮਾ ਵਾਂਗੋ ਨਹੀਂ ਉਹਨੇ ਪਹਿਲਾਂ ਜਾਂ ਪਾਰਲੀਮੈਂਟ ਤੋਂ ਇਹ ਗੱਲ ਮਨਜ਼ੂਰ ਕਰਾਈ ਕਿ ਜਿਹੜਾ ਚੀਫ ਆਫ ਆਰਮੀ ਸਟਾਫ ਹੋਏਗਾ ਉਹ ਚੌਧਰੀ ਹੋਏਗਾ ਚੀਫ ਆਫ ਡਿਫੈਂਸ ਸਟਾਫ ਤੇ ਹੁਣ ਵੀ ਚੀਫ ਆਫ ਡਿਫੈਂਸ ਸਟਾਫ ਹੈ ਅੱਛਾ ਚਾਹੇ ਨੋਟੀਫਿਕੇਸ਼ਨ ਨਿਕਲੇ
ਜਾਂ ਨਾ ਨਿਕਲੇ। ਬਿਲਕੁਲ ਠੀਕ ਹੈ ਐਡਮਿਨ ਸਾਹਿਬ। ਲੋ ਜੀ ਐਡਮਿਨ ਸਾਹਿਬ ਫਿਰ ਪ੍ਰੋਗਰਾਮ ਦਾ ਇਖਤਤਾਮ ਬਹੁਤ ਕਰਦੇ ਹਾਂ। ਮਿਹਰਬਾਨੀ ਬੇਟੇ, ਮੇਰੇ ਬੇਟੇ ਸਭ ਨੂੰ, ਤੁਹਾਨੂੰ ਵੀ ਮੈਨੂੰ ਬਰਦਾਸ਼ਤ ਕਰ ਲਿਆ ਕਰੋ, ਕੋਈ ਗੱਲ ਨਹੀਂ। ਨਹੀਂ, ਬੜੀ ਮਿਹਰਬਾਨੀ ਜੀ। ਤੁਹਾਡੇ ਜਿੰਨੇ ਵੀ ਸਵਾਲਾਤ ਹੋਣ ਜ਼ਰੂਰ ਕमेंट कीजिएगा। अगले पॉडकास्ट तक तो इजाज़त दीजिए। अल्लाह हाफ़िज़।